ਕਿਸਾਨ ਨੂੰ ਅੰਨਦਾਤਾ ਮੰਨਦੇ ਨੇ। ਇਹ ਸ਼ਬਦ ਬਹੁਤ ਵੱਡਾ ਹੈ। ਉਹਨੂੰ ਸਿਰਫ ਇੱਕ ਜਿਹੜਾ ਹੈਗਾ ਅੰਨ ਉਗਾਉਣ ਵਾਲੇ ਉਸ ਗਰੁੱਪ ਦੇ ਨਾਲ ਉਹਨੂੰ ਸਿਰਫ ਨਾ ਜੋੜਿਆ ਜਾਏ। ਕਿਸਾਨ ਅੰਦੋਲਨ ਇੰਨਾ ਲੰਬਾ ਚੱਲ ਗਿਆ, ਉਹ ਤੁਸੀਂ ਵਜ੍ਹਾ ਕੀ ਮੰਨਦੇ ਹੋ? ਕਿਸਾਨਾਂ ਦੀ ਗੱਲ ਗਲਤ ਆ ਜਾਂ ਕੇਂਦਰ ਸਰਕਾਰ ਦਾ ਰਵੱਈਆ ਗਲਤ? ਤੁਸੀਂ ਵੀ ਆਪਣੇ ਸੁਝਾਅ ਲਿਆਓ, ਅਸੀਂ ਵੀ ਤੁਹਾਨੂੰ ਦੱਸਾਂਗੇ ਵੀ ਇਹ ਵਾਲੀ ਚੀਜ਼ ਦਾ ਕੀ ਫਾਇਦਾ ਹੈ। ਤੁਸੀਂ ਦੱਸੋ ਕਿ ਇਹਦੇ 'ਚ ਕੋਈ ਫਾਇਦਾ ਨੁਕਸਾਨ ਹੈਗਾ, ਆਪਾਂ ਉਹਨੂੰ ਬੈਠ ਕੇ ਉਹਨੂੰ ਬਦਲ ਲੈਂਦੇ ਹਾਂ। ਮੈਨੂੰ ਨਹੀਂ ਸਮਝ ਆਉਂਦਾ ਕਿ ਇਹਦੇ ਵਿੱਚ ਜਿੱਦ ਕਿਸ ਤਰ੍ਹਾਂ ਦੀ ਹੋ ਗਈ। ਜਿੰਨਿਆਂ ਵੀ ਐਜੀਟੇਸ਼ਨਾਂ ਦੇ ਬਾਅਦ ਸਮਾਧਾਨ ਆਇਆ, ਐਜੀਟੇਸ਼ਨਾਂ ਹੁੰਦੀਆਂ ਸੜਕਾਂ ਤੇ, ਸਮਾਧਾਨ ਹੁੰਦੇ ਆ ਟੇਬਲ ਤੇ। ਮੁੱਛ ਦਾ ਸਵਾਲ ਜਿਹੜਾ ਹੈਗਾ ਵੈ ਉਹਨੂੰ ਬਣਾ ਕੇ ਕੋਈ ਬੈਠਾ ਰਵੇ ਘਰ ਨੂੰ, ਇਹ ਗੱਲ ਠੀਕ ਨਹੀਂ ਹੈ। ਤੁਹਾਨੂੰ ਟੇਬਲ ਤੇ ਆ ਕੇ ਹੀ ਗੱਲ ਨੂੰ ਨਜਿੱਠਣਾ ਪੈਣਾ। ਇਹ ਹਰ ਚੀਜ਼ ਦਾ ਨਾ ਇੱਕ ਪੀਕ ਹੁੰਦਾ, ਪੀਕ ਤੇ ਜਾ ਕੇ ਉਸ ਤੋਂ ਬਾਅਦ ਪੀਕ ਤੋਂ ਪਹਿਲੇ ਬੰਦੇ ਨੂੰ ਨਾ ਸਮਝ ਜਾਣਾ ਚਾਹੀਦਾ ਕਿ ਇਹਨੂੰ ਸਮਝੌਤਾ ਕਰ ਲਓ, ਨਹੀਂ ਤੇ ਖਤਮ ਹੋ ਜਾਂਦੀ ਹੈ ਕਹਾਣੀ। ਮੇਰੇ ਹਿਸਾਬ ਦੇ ਨਾਲ ਜਿਸ ਵੇਲੇ ਉਹ ਪੀਕ ਤੇ ਪਹੁੰਚੀ, ਇਹਨਾਂ ਨੇ ਪੀਕ ਦੇ ਉੱਤੇ ਉਸ ਵੇਲੇ ਗੱਲ ਨੂੰ ਨਜਿੱਠਿਆ ਨਹੀਂ। ਜੋਸ਼ੀ ਸਾਹਿਬ ਨੇ ਤਾਂ ਐਲਾਨ ਕੀਤਾ ਕਿ ਮੈਂ 15 ਦਿਨਾਂ ਦਾ ਸਮਾਂ ਦੇਣਾ ਭਾਜਪਾ ਨੂੰ, ਉਸ ਤੋਂ ਬਾਅਦ ਮੈਂ ਖੁਦ ਦੌਰਾ ਕਰਾਂਗਾ, ਫਿਰ ਕੇਂਦਰ ਕੋਲੇ ਜਾ ਕੇ ਗੱਲ ਕਰਾਂਗੇ। ਤੁਸੀਂ ਉਸ ਨੂੰ ਕਿਵੇਂ ਸਮਝਦੇ ਹੋ? ਪਾਰਟੀ ਦਾ ਬਾਗੀ ਹੈ ਜਾਂ ਪਾਰਟੀ ਦੀ ਹਮਾਇਤ 'ਚ ਉਤਰਿਆ? ਜਦੋਂ ਸਾਰਾ ਵਿਪਕਸ਼ ਇਕੱਠਾ ਹੋ ਜਾਏ ਨਾ ਤੇ ਸਮਝ ਲੈਣਾ ਚਾਹੀਦਾ ਕਿ ਰਾਜਾ ਕੰਮ ਠੀਕ ਕਰ ਰਿਹਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਭਾਜਪਾ ਦਾ ਵਿਰੋਧ ਪੂਰੇ ਦੇਸ਼ ਦੇ ਵਿੱਚ ਦਿਨ ਬ ਦਿਨ ਵੱਧ ਰਿਹਾ ਹੈ, ਪਰ ਭਾਜਪਾ ਦੀ ਕੇਂਦਰੀ ਸਰਕਾਰ ਉਸ ਆਪ ਦੀ ਗੱਲ ਤੇ ਅੜੀ ਹੋਈ ਹੈ, ਉੱਧਰੋਂ ਕਿਸਾਨ ਆਪਦੇ ਹੱਕ ਤੇ ਅੜੇ ਹੋਏ ਨੇ। ਇਸ ਨੂੰ ਲੈ ਕੇ ਇਲੈਕਸ਼ਨ ਵਿਧਾਨ ਸਭਾ ਦੇ ਨੇੜੇ ਆਉਣ ਕਰਕੇ ਭਾਜਪਾ ਦੇ ਸੀਨੀਅਰ ਆਗੂ ਆਪਦੇ ਘਰਾਂ ਚੋਂ ਨਿਕਲ ਕੇ ਬਾਹਰ ਆਪਦੀ ਸਰਕਾਰ ਦੇ ਖਿਲਾਫ ਜਾਂ ਆਪਦੀ ਸਰਕਾਰ ਦੀਆਂ ਗਲਤੀਆਂ ਗਣਾਉਂਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਨਿੱਤਰਦੇ ਨਜ਼ਰ ਆ ਰਹੇ ਨੇ। ਇਹਨਾਂ ਗੱਲਾਂ ਨੂੰ ਲੈ ਕੇ ਸਾਡੇ ਨਾਲ ਹਾਜ਼ਰ ਨੇ ਸ਼੍ਰੀ ਸੰਜੇ ਟੰਡਨ ਜੀ, ਜੋ ਹਿਮਾਚਲ ਦੇ ਸਹਿ ਪ੍ਰਭਾਰੀ ਨੇ, ਨੈਸ਼ਨਲ ਕੌਂਸਲ ਦੇ ਮੈਂਬਰ ਨੇ। ਚੰਡੀਗੜ੍ਹ ਦੇ ਵਿੱਚ ਲਗਾਤਾਰ 10 ਸਾਲ ਉਹਨਾਂ ਨੇ ਅਗਵਾਈ ਕੀਤੀ ਹੈ। ਉਹਨਾਂ ਤੋਂ ਜਾਣਦੇ ਹਾਂ ਕਿ ਭਾਜਪਾ ਦਾ ਹੁਣ ਸਥਿਤੀ ਕੀ ਹੈ ਕੌਮੀ ਪੱਧਰ 'ਤੇ, ਸੂਬੇ ਪੱਧਰ 'ਤੇ ਚੰਡੀਗੜ੍ਹ ਦੇ ਸਥਾਨਕ ਪੱਧਰ 'ਤੇ। ਟੰਡਨ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਪਹਿਲਾਂ ਗੱਲ ਅਸੀਂ ਪੰਜਾਬ ਤੋਂ ਸ਼ੁਰੂ ਕਰਾਂਗੇ। ਵੈਸੇ ਤੁਸੀਂ ਥੋੜ੍ਹੀ ਸੰਖੇਪ 'ਚ ਜ਼ਰੂਰ ਦਿਓ। ਤੁਸੀਂ ਵੈਸੇ ਨੈਸ਼ਨਲ ਪੱਧਰ ਦੀ ਗੱਲ ਕਰੋਗੇ, ਉੱਥੇ ਵੀ ਆਵਾਂਗੇ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਨੇੜੇ ਆ ਕੇ ਸਾਰੇ ਆਗੂ, ਮੇਨ ਵਜ਼ੀਰ ਖੁੰਬਾਂ ਵਾਂਗੂ ਨਿਕਲ ਕੇ ਬਾਹਰ ਆ ਗਏ। ਤਾਂ ਉਹ ਕਹਿੰਦੇ, ਜੋਸ਼ੀ ਸਾਹਿਬ ਨੇ ਤਾਂ ਇਹ ਐਲਾਨ ਕੀਤਾ ਕਿ ਮੈਂ 15 ਦਿਨਾਂ ਦਾ ਸਮਾਂ ਦੇਣਾ ਭਾਜਪਾ ਨੂੰ, ਉਸ ਤੋਂ ਬਾਅਦ ਮੈਂ ਖੁਦ ਦੌਰਾ ਕਰਾਂਗਾ, ਫਿਰ ਕੇਂਦਰ ਕੋਲੇ ਜਾ ਕੇ ਗੱਲ ਕਰਾਂਗੇ। ਯਾਨੀ ਕਿ ਉਹ ਗੈਪ ਨੂੰ ਲੈ ਕੇ ਕਿਤੇ ਨਾ ਕਿਤੇ ਤੁਸੀਂ ਉਸ ਨੂੰ ਕਿਵੇਂ ਸਮਝਦੇ ਹੋ? ਪਾਰਟੀ ਦਾ ਬਾਗੀ ਹੈ ਜਾਂ ਪਾਰਟੀ ਦੀ ਹਮਾਇਤ 'ਚ ਉਤਰਿਆ? ਦੇਖੋ ਲਿਬਰੇਟ ਜੀ, ਮੇਰੇ ਕੋਲ ਅੱਜ ਕੱਲ੍ਹ ਦਾਇਿਤਵ ਹੈਗਾ ਹੈ ਸਹਿ ਪ੍ਰਭਾਰੀ ਹਿਮਾਚਲ ਪ੍ਰਦੇਸ਼ ਦਾ, ਅਤੇ ਚੰਡੀਗੜ੍ਹ ਦੇ ਵਿੱਚ ਮੈਂ ਕੋਈ 3 ਸਾਲ ਮਹਾਂ ਮੰਤਰੀ ਰਿਹਾ, ਫਿਰ 10 ਸਾਲ ਮੈਂ ਜੋ ਪ੍ਰਦੇਸ਼ ਦਾ ਪ੍ਰਧਾਨ ਰਿਹਾ ਜੀ। ਅਤੇ ਇਹ 2 ਸੂਬਿਆਂ ਬਾਰੇ ਤੇ ਮੈਂ ਡਾਇਰੈਕਟ ਗੱਲ ਕਰ ਸਕਦਾ, ਜਵਾਬ ਦੇ ਸਕਦਾ ਜੀ। ਹੁਣ ਤੁਸੀਂ ਗੱਲ ਸ਼ੁਰੂਆਤ ਹੀ ਕੀਤੀ ਹੈ ਪੰਜਾਬ ਤੋਂ ਜੀ। ਦੇਖੋ, ਮੇਰਾ ਜਨਮ ਜ਼ਰੂਰ ਅੰਮ੍ਰਿਤਸਰ ਦਾ ਹੈ ਜੀ, ਅਤੇ ਥੋੜ੍ਹਾ ਪੜ੍ਹਾਈ ਲਿਖਾਈ ਵੀ ਆਪਾਂ ਉੱਥੇ ਕੀਤੀ ਹੈ ਜੀ। ਪਿਆਰ ਮੁਹੱਬਤ ਵੀ ਸਾਡਾ ਸਾਰੇ ਜਿਹੜੇ ਜਮਾਤੀਆਂ ਨਾਲ ਹੈ ਉੱਥੇ ਜੀ। ਪਰੰਤੂ ਜਿਹੜੀ ਹੈਗੀ ਹੈ, ਜਿਹੜੀ ਰਾਜਨੀਤੀ ਹੈ, ਉਹਦੇ ਬਾਰੇ ਆਪਣੇ ਉੱਥੋਂ ਦੇ ਆਗੂਆਂ ਬਾਰੇ ਗੱਲ ਕਰਨ ਦਾ ਸਾਡੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦਾਇਿਤਵ ਹੈਗਾ, ਉਹ ਉੱਥੋਂ ਦੇ ਪ੍ਰਭਾਰੀ ਬੋਲ ਸਕਦੇ ਨੇ, ਉੱਥੋਂ ਦੇ ਪ੍ਰਧਾਨ ਬੋਲ ਸਕਦੇ ਨੇ। ਲੇਕਿਨ ਫਿਰ ਵੀ ਜਿਹੜੀ ਤੁਹਾਡੀ ਗੱਲ ਹੈ ਕਿ ਜੀ ਬੰਦੇ ਕਿੱਥੋਂ ਇਹ ਹੁਣ ਕੋਈ ਬੋਲ ਰਹੇ ਹੈ, ਕੋਈ ਬਾਹਰ ਆ ਗਏ ਹੈ, ਮੈਂ ਤੁਹਾਡੀ ਗੱਲ ਦੇ ਨਾਲ ਮੰਨਦਾ ਨਹੀਂ ਹਾਂ। ਕਿਉਂਕਿ ਤੁਸੀਂ ਦੇਖੋ ਕਿ ਜਦ ਦੀ ਇਹ ਸਮੱਸਿਆ ਸਾਹਮਣੇ ਆਈ ਜੀ, ਉਸ ਟਾਈਮ ਤੋਂ ਹੀ ਪਾਰਟੀ ਦੇ ਆਗੂ ਉਹਨਾਂ ਨਾਲ ਗੱਲ ਕਰਨਾ, ਬਾਤ ਕਰਨਾ, ਦੇਸ਼ ਦੇ ਆਪਣੇ ਜਿਹੜੇ ਵੱਡੇ ਨੇਤਾ ਵੈ ਉਹਨਾਂ ਤੱਕ ਗੱਲ ਪਹੁੰਚਾਉਣਾ, ਪਾਰਟੀ ਦਾ ਸਾਡਾ ਪੂਰਾ ਦਾ ਪੂਰਾ ਪੰਜਾਬ ਦਾ ਜਿਹੜੀ ਕਿ ਪ੍ਰਧਾਨ ਅਤੇ ਉਹਨਾਂ ਦੀ ਟੀਮ, ਉਹ ਹਰ ਗੱਲ ਵਾਸਤੇ ਉਹ ਕੰਮ ਕਰ ਰਹੇ ਨੇ।
ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹੀ ਕੋਈ ਗੱਲ ਕਿਸੇ ਬਾਰੇ ਕਹੀ ਜਾ ਸਕਦੀ ਹੈ ਕਿ ਕੋਈ ਅੱਜ ਬਾਹਰ ਆ ਗਏ। ਦੇਖੋ, ਚੁਣਾਵ ਦੇ ਸਮੇਂ ਆਉਂਦੇ ਹੈ, ਚੁਣਾਵ ਦੇ ਸਮੇਂ ਆ ਕੇ ਕੋਈ ਨਾ ਕੋਈ ਗੱਲਬਾਤ ਆਪਣੇ ਢੰਗ ਦੇ ਨਾਲ ਕੋਈ ਰੱਖਣਾ ਚਾਹੁੰਦਾ ਹੈ। ਕੋਈ ਉਹ ਪਾਰਟੀ ਦੇ ਅੰਦਰ ਦੇ ਸਿਸਟਮ 'ਚ ਬੈਠ ਕੇ ਕਰ ਲੈਂਦੇ ਆ ਤੇ ਉਹਨੂੰ ਫੇਰ ਵੀ ਜਿਹੜਾ ਹੈਗਾ ਵੈ ਉਹਨੂੰ ਠੀਕ ਮੰਨਿਆ ਜਾਂਦਾ ਹੈ। ਕੋਈ ਬੰਦਾ ਬਾਹਰ ਬੈਠ ਕੇ ਗੱਲ ਕਰਦਾ ਹੈ ਤੇ ਉਹਨੂੰ ਜਰਾ ਸੋਚਣਾ ਚਾਹੀਦਾ ਕਿ ਵੀ ਪਾਰਟੀ ਦੇ ਜੇ ਅੰਦਰੂਨੀ ਤਰੀਕੇ 'ਚ ਤੁਸੀਂ ਬੈਠ ਕੇ ਗੱਲ ਕਰ ਸਕਦੇ ਹੈਗੇ ਹੋ ਤੇ ਉਸੇ ਲੈਵਲ ਦੇ ਉੱਤੇ ਗੱਲ ਕਰਨੀ ਚਾਹੀਦੀ। ਗੱਲ ਤਾਂ ਉਸ ਸਾਹਿਬ ਤੇ ਕਰਨੀ ਚਾਹੀਦੀ ਹੈ, ਪਰ ਜਿਹੜੇ ਆਪਣੇ ਗਰੇਵਾਲ ਸਾਹਿਬ, ਜਿਆਣੀ ਸਾਹਿਬ ਦਾ ਉਹਨਾਂ ਦਾ ਰਿਐਕਸ਼ਨ ਹੈ ਕਿ ਉਹ ਕਹਿੰਦੇ ਵੀ ਜੋ ਵੀ ਲੀਡਰ ਹੁਣ ਬੋਲ ਰਹੇ ਨੇ ਉਹ ਸ਼ਾਇਦ ਪਾਰਟੀ 'ਚੋਂ ਬਾਹਰ ਜਾਣ ਦਾ ਰਸਤਾ ਲੱਭ ਰਹੇ ਨੇ। ਵਜ੍ਹਾ ਇਹ ਹੈ ਕਿ ਭਾਜਪਾ ਦਾ ਵਿਰੋਧ ਹੋ ਗਿਆ, ਸ਼ਾਇਦ ਉਹਨਾਂ ਦਾ ਸਿਆਸੀ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੋਵੇ। ਦੇਖੋ, ਇਹਦੇ ਬਾਰੇ ਤੇ ਪੰਜਾਬ ਦੇ ਪ੍ਰਧਾਨ ਹੀ ਇਸ ਗੱਲ ਬਾਰੇ ਕੋਈ ਜਵਾਬ ਦੇ ਸਕਦੇ ਆ ਜਾਂ ਪੰਜਾਬ ਦੇ ਪ੍ਰਭਾਰੀ ਜਵਾਬ ਦੇ ਸਕਦੇ। ਮੈਂ ਸક્ષਮ ਨਹੀਂ ਹਾਂ ਕਿ ਮੈਂ ਇਹਦੇ ਬਾਰੇ ਬੋਲਾਂ। ਤੇ ਉਹਨਾਂ ਨੇ ਕਿਹਾ ਹੈਗਾ ਗਰੇਵਾਲ ਸਾਹਿਬ ਔਰ ਜੈਣੀ ਸਾਹਿਬ ਨੇ, ਪਰ ਤੁਸੀਂ ਨੈਸ਼ਨਲ ਕੌਂਸਲ ਦੇ ਮੈਂਬਰ ਹੋ, ਤੁਸੀਂ ਇੱਕ ਓਵਰਆਲ ਵਿਊ ਤਾਂ ਦੇ ਹੀ ਸਕਦੇ ਹੋ ਸਰ। ਨਹੀਂ, ਓਵਰਆਲ ਵਿਊ ਤੁਸੀਂ ਪਾਰਟਿਕੂਲਰ ਉਸੇ ਪੁਆਇੰਟ ਦੇ ਉੱਤੇ ਕਿਉਂ ਲੈ ਰਹੇ ਹੋ? ਤੁਸੀਂ ਓਵਰਆਲ ਵਿਊ ਸਮੱਸਿਆ ਦਾ ਲਵੋ ਤੇ ਮੈਂ ਬੋਲਾਂ। ਤੁਸੀਂ ਓਵਰਆਲ ਵਿਊ ਪਾਰਟੀ ਦੀ ਇੰਟਰਨਲ ਵਰਕਿੰਗ ਇੱਕ ਸਟੇਟ ਦੇ ਉਹਦੇ ਉੱਤੇ ਕਹਿ ਰਹੇ ਹੋ, ਮੈਂ ਉਹਦੇ ਤੇ ਗੱਲ ਕਰ ਰਿਹਾ। ਸਮੱਸਿਆਵਾਂ ਤੇ ਸਾਰੇ ਦੇਸ਼ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ ਸਕਦੇ ਹੈਗੇ ਆ। ਨਹੀਂ, ਸਮੱਸਿਆ ਇਸ ਟਾਈਮ ਜਿਹੜੀ ਸਾਰੇ ਦੇਸ਼ ਦੀ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਕਿਸਾਨ ਅੰਦੋਲਨ। ਉਹ ਸਮਾਜਿਕ ਤੌਰ ਤੇ ਵੀ ਲਾ ਲਓ, ਸਿਆਸੀ ਤੌਰ ਤੇ ਵੀ ਲਾ ਲਓ, ਉਹ ਸਾਰੇ ਪਾਸਿਓਂ ਟੱਚ ਕਰਦੀ ਹੈ। ਤੇ ਪੰਜਾਬ ਉਹ 'ਚੋਂ ਮੇਨ ਸੂਬਾ ਹੈ। ਜੇ ਪੰਜਾਬ ਖੇਤੀ ਦੀ ਗੱਲ ਕਰੀਏ 56% ਇਕੱਲੀ ਕਣਕ ਪੰਜਾਬ ਦਿੰਦਾ ਸੂਰੇ ਇੰਡੀਆ ਨੂੰ। ਜੇ ਧਾਨ ਦੀ ਗੱਲ ਕਰੀਏ 36% ਹੈ। ਤੇ ਇਸੇ ਕਰਕੇ ਇਸ ਨੂੰ ਉਸ ਗਹਿਰਾਈ ਨਾਲ ਦੇਖਿਆ ਜਾ ਰਿਹਾ ਵੀ ਫਿਊਚਰ ਦੇ ਵਿੱਚ ਇਹ ਪ੍ਰਭਾਵ ਕਿਤੇ ਜਾਊਗਾ। ਜੀ ਜਿਹੜਾ ਬੰਗਾਲ 'ਚ ਦੇਖਣ ਨੂੰ ਮਿਲਿਆ ਆਪਾਂ ਬੰਗਾਲ ਦੇ ਵਿੱਚ ਸਰਕੋ ਦੋ ਮਿੰਟ ਆਪਾਂ ਨੈਸ਼ਨਲ ਦੀ ਗੱਲ ਕਰਦੇ ਹਾਂ, ਉੱਥੋਂ ਆਪਾਂ ਉੱਧਰ ਆ ਜਾਂਦੇ। ਬੰਗਾਲ ਦੇ ਵਿੱਚ ਵੀ ਹੁਣ ਦੇਖੋ ਵੀ ਪਹਿਲਾਂ ਸਾਰੇ ਬਦਲ ਕੇ ਭਾਜਪਾ 'ਚ ਆ ਕੇ ਹੁਣ ਬੈਕ ਜਾ ਰਹੇ ਨੇ। ਨਹੀਂ, ਤੁਹਾਨੂੰ ਸਾਰੀ ਚੀਜ਼ ਨੂੰ ਨਾ ਉਹਨੂੰ ਇੱਕ ਕਲਰਡ ਐਨਕ ਲਗਾ ਕੇ ਨਹੀਂ ਤੁਸੀਂ ਦੇਖ ਸਕਦੇ ਜੀ। ਤੁਹਾਨੂੰ ਸਾਰੀ ਚੀਜ਼ ਦੀ ਸਮੱਸਿਆ ਨੂੰ ਪੂਰੇ ਢੰਗ ਨਾਲ ਦੇਖਣਾ ਪਏਗਾ ਜੀ। ਅੱਜ ਤਾਂ ਮੈਂ ਕਈ ਵਾਰੀ ਹੈਰਾਨ ਹੁੰਨਾ ਜੀ, ਉਹ ਬੰਗਾਲ ਦਾ ਜਿਸ ਵੇਲੇ ਉਹ ਰਿਜ਼ਲਟ ਆਇਆ ਜੀ, ਉਹ ਕਾਂਗਰਸ ਵਾਲੇ ਜਿਹੜੇ ਨਾ ਉਹ ਤਾਲੀਆਂ ਮਾਰ ਰਹੇ ਸੀ ਜੀ। ਮੈਂ ਬੜਾ ਹੈਰਾਨ ਹੋਇਆ ਜੀ। ਮੈਂ ਪੁੱਛਿਆ ਉਹਨੂੰ, ਮੈਂ ਕਿਹਾ ਭਾਈ ਤੁਸੀਂ ਕਿਉਂ ਟੱਪ ਰਹੇ ਹੋ? ਕਹਿੰਦੇ ਜੀ ਉਹ ਬੀਜੇਪੀ ਦੀ ਸਰਕਾਰ ਨਹੀਂ ਆਈ ਜੀ। ਮੈਂ ਕਿਹਾ ਪਰ ਤੁਸੀਂ ਤੇ ਸਾਫ਼ ਹੋ ਗਏ, ਤੁਹਾਡੀਆਂ ਤੇ ਉਹ ਤੁਹਾਡਾ ਖਾਤਾ ਹੀ ਨਹੀਂ ਖੁੱਲਿਆ, ਤੁਹਾਡਾ ਉਹ ਜਮਾ ਹੀ ਖਤਮ ਹੋ ਗਿਆ। 1972 ਚ ਜਿੱਤੇ ਸੀਗੇ ਜਦੋਂ ਉੱਥੇ ਸਿਧਾਰਥ ਸ਼ੰਕਰ ਰੇ ਬਣੇ ਸੀਗੇ, ਉਸ ਤੋਂ ਬਾਅਦ ਹੁਣ ਤੱਕ ਤੇ ਕਾਂਗਰਸ ਉੱਥੇ ਜਨਮ ਹੀ ਨਹੀਂ ਲੈ ਪਾਈ। ਮਾੜੀਆਂ ਮੋਟੀਆਂ ਜਿਹੜੀਆਂ ਸੀਟਾਂ ਸੀ ਉਹ ਵੀ ਸਾਫ਼ ਹੋ ਗਈਆਂ। ਭਾਰਤੀ ਜਨਤਾ ਪਾਰਟੀ ਦੀਆਂ 3 ਸੀਟਾਂ ਸੀਗੀਆਂ 2016 ਦੇ ਇਲੈਕਸ਼ਨ 'ਚ, 2021 ਦੇ ਇਲੈਕਸ਼ਨ 'ਚੋਂ ਵੱਧ ਕੇ 76-77 ਹੋ ਗਈਆਂ ਤੇ ਪਾਰਟੀ ਦਾ ਤੇ ਕੰਮ 25 ਗੁਣਾ ਤੋਂ ਜ਼ਿਆਦਾ ਵੱਧ ਗਿਆ। ਲੇਕਿਨ ਉਹ ਜਿਹੜਾ ਹੈਗਾ ਵਾ ਕਾਂਗਰਸ ਜਿਹੜੀ ਹੈਗੀ ਹੈ, ਉਹ ਕਿਆ ਕਹਿੰਦੇ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ, ਉਹਦੇ 'ਚ ਟੱਪੀ ਜਾ ਰਹੀ ਹੈ। ਮੈਨੂੰ ਉਹ ਗੱਲ ਨਹੀਂ ਸਮਝ ਆਉਂਦੀ ਉਹਨਾਂ ਦੀ। ਫਿਰ ਕੀ ਹੈਗਾ ਕਿ ਜਿਹੜੀ ਚੁਣਾਵ ਦੇ ਸਮੇਂ ਦੇ ਉੱਤੇ ਜਿਸ ਢੰਗ ਨਾਲ ਆਇਆ, ਸਾਰੀਆਂ ਦੀਆਂ ਸਾਰੀਆਂ ਬਾਕੀ ਫੋਰਸਿਸ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਹੋ ਕੇ ਕਿ ਲੈ ਭਾਈ ਕहीं पे ना भाई भारतीय जनता पार्टी ना बन जाए। ਚਾਣਕਿਆ ਜੀ ਨੂੰ ਸਾਰੇ ਜਾਣਦੇ ਹੈ। ਉਹਨਾਂ ਨੇ ਆਪਣਾ ਥੀਸਿਸ ਜਿਹੜਾ ਲਿਖਿਆ ਸੀ ਨਾ, ਤਾਂ ਉਹਨਾਂ ਨੇ ਲਿਖਿਆ ਸੀਗਾ ਕਿ ਜਦੋਂ ਸਾਰਾ ਵਿਪਕਸ਼ ਇਕੱਠਾ ਹੋ ਜਾਏ ਨਾ ਤੇ ਸਮਝ ਲੈਣਾ ਚਾਹੀਦਾ ਕਿ ਰਾਜਾ ਕੰਮ ਠੀਕ ਕਰ ਰਿਹਾ ਹੈ। ਨਹੀਂ, ਨੂੰ ਰਾਜੇ ਦੇ ਕੰਮ ਦੀ ਗੱਲ ਕਰੀਏ, ਬੰਗਾਲ ਦੀਆਂ ਚੋਣਾਂ ਵਿੱਚ ਜੇ ਆਪਾਂ ਪਿਛਲਾ ਸਿਆਸੀ ਅਤੀਤ ਦੇਖੀਏ ਤਾਂ ਉਹਦੇ ਵਿੱਚ ਇਹ ਹੈ ਕਿ ਪ੍ਰਧਾਨ ਮੰਤਰੀ ਕੋਈ ਵੀ ਪ੍ਰਧਾਨ ਮੰਤਰੀ ਦੇਸ਼ ਦਾ ਇੰਨਾ ਇੰਟਰਸਟ ਨਹੀਂ ਲੈ ਕੇ ਗਿਆ ਸੀਗਾ ਜਿੰਨਾ ਆਪਣੇ ਪ੍ਰਧਾਨ ਮੰਤਰੀ ਇੰਟਰਸਟ ਲਿਆ। ਫਿਰ ਵੀ ਰਿਜ਼ਲਟ ਚਲੋ ਉਹ ਆਇਆ, ਗੱਲ ਤਾਂ ਉਦੋਂ ਸਰਕਾਰ ਬਣਨ ਦੀ ਹੋ ਰਹੀ ਸੀਗੀ, ਪਰ ਪ੍ਰਧਾਨ ਮੰਤਰੀ ਦਾ ਇੰਟਰਸਟ, ਸਾਰੀ ਮਸ਼ੀਨਰੀ ਕੇਂਦਰ ਦੀ ਸਾਰੀ ਉੱਥੇ, ਚਲੋ ਸਟੇਟ ਵਾਲਿਆਂ ਨੇ ਤਾਂ ਕਰਨਾ ਹੀ ਸੀ ਸਰ। ਉਹਦੇ ਨਾਲ ਇਹ ਹੈ ਨਾ ਵੀ ਉਨਾ ਰਿਜ਼ਲਟ ਨਹੀਂ ਆਇਆ ਜਿਹਦੇ ਹਿਸਾਬ ਨਾਲ ਉਹ ਗੱਲ ਸੀਗੀ। ਤੁਸੀਂ ਦੇਖੋ ਕਿ ਜਿੰਨੇ ਵੀ ਇਲੈਕਸ਼ਨ ਹੋਏ ਆ
ਪਿਛਲੇ 5 ਸਾਲਾਂ ਦੇ ਵਿੱਚ ਜਿੰਨੀਆਂ ਵੀ ਸਟੇਟਾਂ ਦੇ ਇਲੈਕਸ਼ਨ ਹੋਏ ਆ, ਕਿਆ ਉੱਥੇ ਪ੍ਰਧਾਨ ਮੰਤਰੀ ਜੀ ਉਹ ਗਏ ਨਹੀਂ ਹੈ? ਕਿਆ ਸਾਡੇ ਉਹ ਪ੍ਰਧਾਨ ਮੰਤਰੀ ਜੀ ਜੋ ਜਿਸ ਢੰਗ ਦੇ ਨਾਲ ਇੱਕ ਪਾਰਟੀ ਦੇ ਕਾਰਜਕਰਤਾ ਦੇ ਤੌਰ ਦੇ ਉੱਤੇ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਉਹ ਜਾਂਦੇ ਆ? ਪਰ ਪਹਿਲਾਂ ਸਿਆਸੀ ਸਿਸਟਮ 'ਚ ਇਹ ਹੈ ਨਹੀਂ ਸੀ ਵੀ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ, ਤੁਸੀਂ ਇੱਕ ਦੂਸਰੀ ਪਾਰਟੀ ਦੇ ਸਿਆਸੀ ਸਿਸਟਮ ਨੂੰ ਸਾਡੀ ਪਾਰਟੀ ਦੇ ਸਿਆਸੀ ਸਿਸਟਮ ਨਾਲ ਨਾ ਕੰਪੇਅਰ ਕਰੋ। ਸਾਡੀ ਪਾਰਟੀ ਦਾ ਇੱਕ ਆਪਣਾ ਤਰੀਕਾ ਹੈ, ਸਲੂਕਾ ਹੈ, ਉਹਦੇ ਹਿਸਾਬ ਦੇ ਨਾਲ ਉਹ ਕੰਮ ਕਰ ਰਹੇ ਨੇ, ਬੜਾ ਵਧੀਆ ਕੰਮ ਕਰ ਰਹੇ ਆ। ਅੱਜ ਦੇਸ਼ ਹੀ ਨਹੀਂ, ਅੱਜ ਦੁਨੀਆ ਦੇ ਵਿੱਚ ਜਿਹੜਾ ਦੇਖਿਆ ਜਾਏ ਤੇ ਜਿਹੜਾ ਹੈਗਾ ਮਾਨਯੋਗ ਨਰਿੰਦਰ ਮੋਦੀ ਜੀ ਵਰਗਾ ਤੇ ਕੋਈ ਨੇਤਾ ਹੀ ਨਹੀਂ ਦਿਖਦਾ ਦੁਨੀਆ ਦੇ ਵਿੱਚ। ਚਲੋ ਤੁਹਾਡੀ ਰਾਏ ਆਪਦੇ ਹਿਸਾਬ ਨਾਲ ਬਿਲਕੁਲ ਠੀਕ ਹੈ, ਬਟ ਤੁਹਾਡੀ ਰਾਏ ਵੀ ਆਈ ਹੈ। ਚਲੋ ਕਹਿ ਸਕਦੇ ਆ, ਤੁਸੀਂ ਕਹਿ ਸਕਦੇ ਹੋ ਇਸ ਗੱਲ ਨੂੰ। ਹੁਣ ਦੂਸਰੀ ਗੱਲ ਇਹ ਜਿਹੜਾ ਕਿਸਾਨ ਅੰਦੋਲਨ ਇੰਨਾ ਲੰਬਾ ਚੱਲ ਗਿਆ, ਉਹ ਤੁਸੀਂ ਵਜ੍ਹਾ ਕੀ ਮੰਨਦੇ ਹੋ? ਕਿਸਾਨਾਂ ਦੀ ਗੱਲ ਗਲਤ ਹੈ ਜਾਂ ਕੇਂਦਰ ਸਰਕਾਰ ਦਾ ਰਵੱਈਆ ਗਲਤ ਹੈ? ਦੇਖੋ, ਕਿਸਾਨ ਇੱਕ ਸਾਡੇ ਦੇਸ਼ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਹੈ ਜੀ, ਜਿਹਨੂੰ ਕੋਈ ਵੀ ਬੰਦਾ ਡਿਨਾਈ ਨਹੀਂ ਕਰ ਸਕਦਾ। ਕੇਂਦਰ ਸਰਕਾਰ ਕਰ ਨਹੀਂ ਰਹੀ ਨਾ ਕਰ ਤਾਂ ਰਹੀ ਹੈ ਜੀ, ਇੰਨਾ ਜਮਾ ਹੋ ਗਿਆ। ਮੇਰੀ ਜੇ ਨੈਕਸਟ ਸੈਂਟੈਂਸ ਸੁਣ ਲਓਗੇ ਤੇ ਤੁਹਾਡੇ ਵਰਡ ਜਿਹੜੇ ਹੈਗੇ ਆ ਉਹ ਤੁਸੀਂ ਵਾਪਸ ਲੈ ਲਓਗੇ। ਮੈਂ ਅਗਲਾ ਸੈਂਟੈਂਸ ਬੋਲਣਾ। ਬੋਲੋ ਜੀ। ਤੇ ਤੁਸੀਂ ਦੇਖੋ 23,000 ਕਰੋੜ ਰੁਪਏ ਦੀ ਖਰੀਦ ਹੋਈ ਹੁਣੇ ਜੀ ਪੰਜਾਬ ਤੋਂ ਜੀ। ਇਹ ਤੇ ਗੱਲ ਠੀਕ ਹੈ, ਫਿਗਰ ਠੀਕ ਹੈ। ਹਾਂਜੀ। ਅੱਛਾ, ਉਹ ਸਾਰਾ ਦਾ ਸਾਰਾ ਪੈਸਾ ਜਿਹੜਾ ਪਹਿਲੇ ਜਾਂਦਾ ਸੀਗਾ, ਜਿਹੜਾ ਉਹ ਸਿਸਟਮ ਦੇ ਰਾਹੀਂ ਡਿਸਟ੍ਰੀਬਿਊਟ ਹੁੰਦਾ ਸੀ, ਅੱਜ ਉਹ ਸਿੱਧਾ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਰਾਹੀਂ ਕਿਸਾਨ ਦੇ ਖਾਤੇ 'ਚ ਗਿਆ ਜੀ। ਕਿਸੇ ਇੱਕ ਜਗ੍ਹਾ ਤੋਂ, ਮੈਂ ਸਿਰਫ ਪੰਜਾਬ ਦੀ ਗੱਲ ਕਰ ਰਿਹਾ ਜੀ, ਕਿਸੇ ਇੱਕ ਜਗ੍ਹਾ ਤੋਂ ਇੱਕ ਵੀ ਉਹਦੇ ਤੇ ਸਵਾਲੀਆ ਨਿਸ਼ਾਨ, ਕੁਐਸਚਨ ਮਾਰਕ ਨਹੀਂ ਆਇਆ। ਠੀਕ ਹੈ। ਜਿੱਥੇ MSP ਵਧਾਉਣ ਦੀ ਵਾਰੀ ਆਈ, ਸਾਡੀ ਪਾਰਟੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਆਮਦਨ ਨੂੰ ਦੋਹਰਾ ਕਰਨ ਵਾਸਤੇ ਅਸੀਂ ਵਚਨਬੱਧ ਹੈਗੇ ਹਾਂ, ਆਪਾਂ ਉਹਦੇ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਜੀ। ਤੀਸਰਾ, ਤੁਸੀਂ ਦੇਖੋ ਜਿਹੜਾ ਉਹ ਯੂਰੀਆ ਦੀ ਅਲੋਟਮੈਂਟ ਹੁੰਦੀ ਸੀ ਪਹਿਲੇ 6 ਸਾਲ ਪਹਿਲੇ, ਲਿਬਰੇਟ ਜੀ ਤੁਹਾਨੂੰ ਵੀ ਚੰਗੀ ਤਰ੍ਹਾਂ ਯਾਦ ਹੈ, ਕਈ ਵਾਰੀ ਲਾਠੀ ਚਾਰਜ ਹੁੰਦਾ ਸੀ ਜਿੱਥੇ ਯੂਰੀਆ ਵੰਡਿਆ ਜਾਂਦਾ ਸੀ, ਕਈ ਵਾਰੀ ਉੱਥੇ ਅਸ਼ਰੂ ਗੈਸ ਪੈਂਦੀ ਸੀਗੀ, ਕਈ ਵਾਰੀ ਉਹ ਪਾਣੀ ਦੀਆਂ ਉਹ ਬਛਾਰਾਂ ਪੈਂਦੀਆਂ ਸੀਗੀਆਂ। ਕੀ ਹੁੰਦਾ ਸੀ ਜੀ ਉਦੋਂ? ਕਿਉਂਕਿ ਉਹ ਡਿਸਟ੍ਰੀਬਿਊਸ਼ਨ ਸਿਸਟਮ 'ਚ ਇਹ ਸੀਗਾ ਕਿ ਉੱਥੋਂ ਯੂਰੀਆ ਲਵੋ ਤੇ ਉਹਨੂੰ ਇੰਡਸਟਰੀ 'ਚ ਜਾ ਕੇ ਵੇਚ ਦਿਓ। ਲੋਕਾਂ ਨੂੰ ਲੱਗਦਾ ਸੀ ਇੱਥੋਂ ਯੂਰੀਆ ਸਸਤੇ ਭਾਅ ਲਾਂਗੇ ਤੇ ਇੰਡਸਟਰੀ 'ਚ ਵੇਚ ਦਿਆਂਗੇ। ਅਸੀਂ ਉਹਨੂੰ ਨੀਮ ਕੋਟਡ ਯੂਰੀਆ ਲਿਆਂਦਾ, ਸਿਰਫ ਉਹਦੀ ਖਪਤ ਖੇਤ 'ਚ ਹੋ ਸਕਦੀ। ਹੁਣ ਸਿਰਫ ਖੇਤ ਵਾਲਾ ਬੰਦਾ ਹੀ ਜਾ ਕੇ ਉੱਥੇ ਉਹ ਲਿਆਂਦਾ, ਉਹ ਹੀ ਉੱਥੇ ਵਰਤ ਸਕਦਾ, ਉਹਦੀ ਉੱਥੇ ਗਲਤ ਢੰਗ ਨਾਲ ਉਹ ਵਰਤਿਆ ਨਹੀਂ ਜਾ ਸਕਦਾ। ਜਿੱਥੋਂ ਤੱਕ ਇਹ ਬਿੱਲਾਂ ਦਾ ਸਵਾਲ ਜਿਹੜਾ ਤੁਸੀਂ ਕਿਹਾ, ਜਿਸ ਵੇਲੇ ਆ ਬਿੱਲ ਆਏ, ਪਾਰਲੀਮੈਂਟ ਦੇਸ਼ ਦੀ ਇੱਕ ਸਭ ਤੋਂ ਵੱਡਾ ਅਦਾਰਾ ਹੈ ਜੀ। ਉਸ ਅਦਾਰੇ ਦੇ ਵਿੱਚ ਜਿਹੜੇ ਸਾਰੇ 543 ਬੰਦੇ ਉਹਦੇ 'ਚ ਬੈਠ ਕੇ ਉਹਨਾਂ ਨੇ ਡਿਸਕਸ ਕਰਕੇ, ਗੱਲ ਕਰਕੇ ਜਿਸ ਵੇਲੇ ਬਿੱਲ ਪਾਸ ਕੀਤਾ ਤੇ ਉਹ ਦੇਸ਼ ਦਾ ਇੱਕ ਕਾਨੂੰਨ ਬਣ ਗਿਆ। ਹੁਣ ਕਾਨੂੰਨ ਬਣ ਗਿਆ ਤੇ ਉਹਦੇ 'ਚ ਕੁਝ ਲੋਕਾਂ ਨੇ ਕਿਹਾ ਜੀ ਇਹ ਚੀਜ਼ਾਂ ਜਿਹੜੀਆਂ ਠੀਕ ਨਹੀਂ ਹੈ, ਇਹਦੇ ਉੱਤੇ ਥੋੜ੍ਹਾ ਪਰਿਵਰਤਨ ਕੀਤਾ ਜਾਏ। ਸਾਡੇ 3 ਮੰਤਰੀ, ਉਹਨਾਂ ਦੇ ਨਾਲ ਘੱਟ ਤੋਂ ਘੱਟ ਮੇਰਾ ਖਿਆਲ ਹੈ 20-25 ਵਾਰੀ ਮੀਟਿੰਗਾਂ ਹੋਈਆਂ, ਤੁਸੀਂ ਵੀ ਦੇਖਿਆ। ਨਹੀਂ, ਉਹ 11 ਵਾਰ ਤੇ ਜਿਹੜੀ ਉੱਥੇ ਹੋਈ ਹੈ, ਜਿਹੜੀ ਸਾਹਮਣੇ ਆਈ, ਉਹਦੇ ਇਲਾਵਾ ਸਿੰਗਲ ਤੌਰ ਦੇ ਉੱਤੇ ਕਿੰਨੀਆਂ ਹੀ ਮੀਟਿੰਗਾਂ ਹੋਈਆਂ। ਉਹਨਾਂ ਵਿੱਚ ਇਹ ਆਇਆ ਕਿ ਭਾਈ ਅਸੀਂ ਪੁਆਇੰਟ ਕੱਢ ਲਈਏ ਕਿ ਜਿਹੜੇ ਪੁਆਇੰਟ ਨਹੀਂ ਠੀਕ ਹੈਗਾ ਅਸੀਂ ਉਹਦੀ ਕੋਈ ਅਮੈਂਡਮੈਂਟ ਕਰ ਲੈਂਦੇ ਹਾਂ। ਇੱਥੋਂ ਤੱਕ ਗੱਲ ਆਈ ਕਿ ਭਾਈ ਇਹਨੂੰ ਹਾਲੇ ਥੋੜ੍ਹੀ ਦੇਰ ਜਿਹੜਾ ਨਾ ਇਹਨੂੰ ਇੰਪਲੀਮੈਂਟ ਨਾ ਕਰੋ। ਸੁਪਰੀਮ ਕੋਰਟ ਨੇ ਵੀ ਆਪਣੇ ਉਹਦੇ ਵਿੱਚ ਆਖਿਆ ਕਿ ਵੀ ਇਹਨੂੰ ਥੋੜ੍ਹੀ ਦੇਰ ਇਹਨੂੰ ਰੋਕ ਦਿੱਤਾ ਜਾਏ। ਸਰਕਾਰ ਨੇ ਉਹ ਡਿਸਕਸ਼ਨ ਦੇ ਵਿੱਚ ਕਿਹਾ ਕਿ ਅਸੀਂ ਇਹਨੂੰ ਹਾਲੇ 1.5 ਸਾਲ ਤੱਕ ਅਸੀਂ ਰੋਕ ਦਿੰਦੇ ਹਾਂ। ਉਹ ਡਿਸਕਸ਼ਨ ਦੇ ਵਿੱਚ ਜਿਹੜੇ ਆਗੂ ਗਏ ਦੇ ਸੀ ਕਿਸਾਨਾਂ ਦੇ, ਉਹਨਾਂ ਨੇ ਕਿਹਾ ਕਿ ਜੀ 1.5 ਨਹੀਂ 2 ਕਰ ਦਿਓ ਜੀ, ਤੇ ਤਾਂ ਸਭ ਕਿੰਨਾ ਸ਼ਾਂਤ ਹੋ ਜਾਏਗਾ। ਉਹ ਕਿਹਾ ਚੱਲ 2 ਕਰ ਦਿੰਦੇ ਹੈਗੇ ਆ।
ਜਦ ਇਹ ਚੀਜ਼ ਵੀ ਸਾਰੀ ਆ ਕੇ ਉਸ ਦਿਨ ਅਖਬਾਰਾਂ 'ਚ ਵੀ ਛਪ ਗਈ, ਸਾਰਿਆਂ ਨੇ ਐਡੀਟੋਰੀਅਲ ਲਿਖ ਦਿੱਤਾ ਅਖਬਾਰਾਂ ਨੇ ਕਿ ਹੁਣ ਅੱਜ ਲੱਗਦਾ ਹੈ ਕਿ ਹੁਣ ਇਹ ਚੀਜ਼ ਨੂੰ ਠੱਲ ਪੈ ਜਾਏਗੀ, ਕਿ ਹੁਣ ਸ਼ਾਂਤੀ ਹੋ ਜਾਏਗੀ ਇਸ ਮਾਮਲੇ ਦੇ ਉੱਤੇ। ਲੇਕਿਨ ਤੁਸੀਂ ਦੇਖੋ ਜਿਸ ਵੇਲੇ ਉਹ ਕਿਸਾਨ ਦੇ ਉਹ ਜਿਹੜੇ ਆਗੂ ਉਹ ਡਿਸਕਸ ਕਰਕੇ ਪਿੱਛੇ ਜਾਂਦੇ ਆ, ਇਹ ਸਮਝ ਨਹੀਂ ਆਉਂਦਾ ਪਿੱਛੇ ਜਾ ਕੇ ਕਿਹੜੀ ਚਾਬੀ ਭੌਂ ਜਾਂਦੀ ਹੈ ਕਿ ਉਹ ਗੱਲ ਜਿਹੜੀ ਉੱਥੇ ਸੋਚ ਕੇ ਮੰਨ ਕੇ ਜਾਂਦੇ ਆ, ਉਸ ਤੋਂ ਬਾਅਦ ਜਾ ਕੇ ਉਹ ਗੱਲ ਫਿਰ ਜਿਹੜੀ ਹੈਗੀ ਆ ਉਹ ਰਿਵਰਸਲ ਦੇ ਉੱਤੇ ਆ ਜਾਂਦੀ ਹੈਗੀ ਹੈ। ਲਿਬਰੇਟ ਜੀ, ਕੋਈ ਵੀ ਦੇਸ਼ ਦੀ ਸਰਕਾਰ ਇੱਥੋਂ ਤੱਕ ਜਾ ਕੇ ਕਹਿ ਦੇ ਕਿ ਠੀਕ ਹੈ ਅਸੀਂ ਇਹਨੂੰ ਹਾਲੇ ਥੋੜ੍ਹੀ ਦੇਰ ਰੋਕ ਦਿੰਦੇ ਹਾਂ, ਇਸ ਟਾਈਮ ਦੇ ਦੌਰਾਨ ਤੁਸੀਂ ਵੀ ਆਪਣੇ ਸੁਝਾਅ ਲਿਆਓ, ਅਸੀਂ ਵੀ ਤੁਹਾਨੂੰ ਦੱਸਾਂਗੇ ਵੀ ਇਹ ਵਾਲੀ ਚੀਜ਼ ਦਾ ਕੀ ਫਾਇਦਾ ਹੈ, ਤੁਸੀਂ ਦੱਸੋ ਕਿ ਇਹਦੇ 'ਚ ਕੋਈ ਫਾਇਦਾ ਨੁਕਸਾਨ ਹੈਗਾ ਹੈ, ਆਪਾਂ ਉਹਨੂੰ ਬੈਠ ਕੇ ਉਹਨੂੰ ਬਦਲ ਲੈਂਦੇ ਹਾਂ। ਮੈਨੂੰ ਨਹੀਂ ਸਮਝ ਆਉਂਦਾ ਕਿ ਇਹਦੇ ਵਿੱਚ ਜਿੱਦ ਕਿਸ ਤਰ੍ਹਾਂ ਦੀ ਹੋ ਗਈ। ਔਰ ਜੇ ਇੰਝ ਹੀ ਤੁਸੀਂ ਕਾਨੂੰਨ ਵਾਪਸ ਲੈਣੇ ਸ਼ੁਰੂ ਕਰ ਦਿਓ ਤੇ ਦੇਸ਼ ਚਲਾਉਣਾ ਜਿਹੜਾ ਹੈਗਾ ਵੇ ਕਾਨੂੰਨ ਵਾਪਸ ਲੈਣ ਨਾਲੋਂ, ਸਰਕਾਰ ਨੇ ਸਿਰਫ ਇਹ ਕਾਨੂੰਨ ਵਾਪਸ ਲੈਣ ਦੀ ਗੱਲ ਨੂੰ ਛੱਡ ਕੇ ਤੁਸੀਂ ਜੋ ਕਹਿੰਦੇ ਹੋ ਆਪਾਂ ਅਸੀਂ ਡਿਸਕਸ ਕਰਨ ਨੂੰ ਤਿਆਰ ਹਾਂ। ਯਾਨੀ ਸੋਧ ਕਰਨ ਹੁਣ ਹਰ ਚੀਜ਼ ਦੇ ਉੱਤੇ ਬੈਠ ਕੇ ਸਾਹਮਣੇ ਡਿਸਕਸ਼ਨ ਵਾਸਤੇ ਹੁਣ ਉਹ ਬੰਦੇ ਚਲੇ ਗਏ ਜੀ, ਨਹੀਂ ਜੀ ਹੁਣ ਤੇ ਅਸੀਂ ਡਿਸਕਸ ਨਹੀਂ ਕਰਨਾ। ਹੁਣ ਤੁਸੀਂ ਇਹ ਦੇਖੋ, ਆਪਾਂ ਵੀ ਅੱਜ ਬੈਠੇ ਹਾਂ, ਤੁਹਾਡਾ ਕਿਸੇ ਚੀਜ਼ ਉੱਤੇ ਇੱਕ ਵਿਊ ਹੋ ਸਕਦਾ, ਇੱਕ ਸਾਡਾ ਵਿਊ ਹੋ ਸਕਦਾ, ਲੇਕਿਨ ਆਪਾਂ ਬੈਠ ਕੇ ਗੱਲ ਕਰ ਰਹੇ ਨਾ, ਇੱਕ ਦੂਜੇ ਦਾ ਵਿਊ ਸਮਝ ਰਹੇ ਹਾਂ। ਹੁਣ ਕੀ ਹੈ ਕਿ ਲਓ ਜੀ ਅਸੀਂ ਉੱਥੇ ਖੂਨਦਾਨ ਕੈਂਪ ਲਾਇਆ ਜੀ ਪੰਜਾਬ ਦੇ ਵਿੱਚ, ਤੁਸੀਂ ਕਹੋਗੇ ਜੀ ਸਾਨੂੰ ਤੇ ਪੂਰਾ ਹੱਕ ਹੈ ਆਪਣਾ ਐਜੀਟੇਸ਼ਨ ਕਰਨ ਦਾ, ਭਾਵੇਂ ਕਰੋਨਾ ਹੈ ਭਾਵੇਂ ਜੋ ਮਰਜ਼ੀ ਹੈ, ਉਹ ਐਜੀਟੇਸ਼ਨ ਕਰ ਰਹੇ ਹੋ। ਅੱਜ ਵੀ ਉਹ ਕਿਸੇ ਸੜਕ ਦੇ ਉੱਤੇ ਜਾ ਕੇ ਇਕੱਠੇ ਹੋ ਕੇ ਬੈਠ ਜਾਂਦੇ ਆ। ਲੇਕਿਨ ਜਿਸਲੇ ਬੀਜੇਪੀ ਉਹ ਰਕਤਦਾਨ ਕੈਂਪ ਲਾ ਦੇਵੇ, ਉੱਥੇ ਜਾ ਕੇ ਉਹ ਕੈਂਪ ਡਾਕਟਰਾਂ ਨੂੰ ਮਾਰਨ ਤੱਕ ਚਲੇ ਜਾਂਦੇ ਆ। ਕੋਈ ਬੀਜੇਪੀ ਆਪਣੀ ਮੀਟਿੰਗ ਕਰ ਰਹੀ ਹੈ, ਉਹ ਉੱਥੇ ਉਹਨਾਂ ਨੂੰ ਮਾਰਨ ਤੱਕ ਚਲੇ ਜਾਂਦੇ। ਇਹ ਕਿਹੜੇ ਬੰਦੇ ਆ? ਇਹ ਕਿਆ ਕਿਸਾਨ ਹੈ? ਇਹ ਕਿਆ ਐਂਟੀ ਸੋਸ਼ਲ ਹੈ? ਇਹ ਕਿਹੜੇ ਬੰਦੇ ਹੈਗੇ ਆ ਕਿ ਜਿਹੜੇ ਉੱਥੇ ਜਾ ਕੇ ਇਸ ਚੀਜ਼ ਵਾਸਤੇ ਕਰਦੇ? ਜੇ ਤੁਹਾਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ ਤੇ ਉਹੀ ਅਧਿਕਾਰ ਮੈਨੂੰ ਹੀ ਹੈ। ਜਿਹੜੇ ਕਾਨੂੰਨ ਦੇ ਥੱਲੇ ਤੁਸੀਂ ਆਉਂਦੇ ਹੋ, ਉਹ ਕਾਨੂੰਨ ਥੱਲੇ ਮੈਂ ਵੀ ਆਨਾ। ਤੇ ਮੈਂ ਪੁੱਛਣਾ ਚਾਹੁੰਦਾ ਭਾਈ, ਕਿਆ ਉਹ ਕਾਨੂੰਨ ਅਲੱਗ-ਅਲੱਗ ਹੈ? ਗੱਲ ਤੁਸੀਂ ਵੀ ਕਰੋ, ਆਪਣੀ ਗੱਲ ਅਸੀਂ ਵੀ ਕਰੀਏ। ਜੇ ਜਨਤਾ ਨੂੰ ਉਹ ਗੱਲ ਪਸੰਦ ਆਏਗੀ ਉਹ ਤੁਹਾਡੀ ਗੱਲ ਸੁਣ ਲਏਗੀ, ਸਾਡੀ ਪਸੰਦ ਆਏਗੀ ਸਾਡੀ ਸੁਣ ਲਏਗੀ। ਲੇਕਿਨ ਇਹ ਤੁਸੀਂ ਜਾ ਕੇ ਮਤਲਬ ਸਾਡੇ ਇੱਕ ਆਪਣਾ MLA ਦੇ ਉਹਦੇ ਕੱਪੜੇ ਫਾੜਨ ਤੱਕ ਚਲੇ ਗਏ। ਤੁਸੀਂ ਹੱਦ ਹੁੰਦੀ ਹੈ ਵੀ ਕਿਸੇ ਗੱਲ ਦੀ। ਔਰ ਸਰਕਾਰ ਜਿਹੜੀ ਪੰਜਾਬ ਸਰਕਾਰ ਜਿਹੜੀ ਹੈ ਉਹ ਸਾਰਾ ਉਹ ਦੇਖੀ ਜਾਂਦੀ ਹੈ, ਉਹ ਇਸ ਤਰ੍ਹਾਂ ਕਰਕੇ ਖੜੇ ਹੋ ਜਾਂਦੀ ਸਾਰੀ ਪੁਲਿਸ ਉੱਥੇ, ਆਓ ਭਾਈ ਕੋਈ ਨਹੀਂ ਇਹਨਾਂ ਦੀ ਮੀਟਿੰਗ ਖਰਾਬ ਕਰ ਲਓ, ਐ ਪੁਲਿਸ ਖੜੀ। ਇਸ ਤਰ੍ਹਾਂ ਕੋਈ ਕੰਮ ਚੱਲਦਾ ਜੀ? ਇਹ ਤਾਂ ਚਲੋ ਤੁਹਾਡੇ ਵਿਰੋਧੀ ਪਾਰਟੀ ਦੀ ਗੱਲ ਹੋ ਸਕਦੀ ਹੈ, ਤੁਹਾਡੇ ਸਿੱਧੇ ਤੌਰ ਤੇ ਦੋਸ਼ ਵੀ ਹੋ ਸਕਦੇ ਆ। ਗੱਲ ਹੁਣ ਇਹ ਹੈ ਕਿ 11 ਮੀਟਿੰਗਾਂ ਹੋ ਗਈਆਂ ਜਿਹੜੀਆਂ ਓਪਨਲੀ, ਜਿਹੜੀ ਤੁਸੀਂ ਕਹਿੰਦੇ ਹੋ 11 ਮੀਟਿੰਗਾਂ ਤੋਂ ਬਾਅਦ ਡੈਡ ਲੋਕ ਆ, ਜਦੋਂ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਸਿੱਧਾ ਸੀ ਕਿ ਫੋਨ ਦੀ ਦੂਰੀ ਤੇ ਤੁਹਾਡੇ ਤੇ ਹੈਗਾ, ਮੈਂ ਫੋਨ ਦੀ ਕੋਈ ਗੱਲ ਨਹੀਂ ਹੋਈ। ਉਸ ਤੋਂ ਬਾਅਦ ਕਿਸਾਨਾਂ ਨੇ ਵੀ ਉਸ ਡੈਡ ਲੋਕ ਨੂੰ ਤੋੜਨ ਵਾਸਤੇ ਚਿੱਠੀ ਲਿਖੀ, ਉਹਦਾ ਵੀ ਕੋਈ ਅਸਰ ਨਹੀਂ ਗਿਆ। ਹੁਣ ਗੱਲ ਕਿਤੇ ਤਾਂ ਤੁਰੇ ਨਾ। ਹੁਣ ਇਸੇ ਕਰਕੇ ਮੰਨਿਆ ਜਾ ਰਿਹਾ ਕਿ ਜਿਹੜੇ ਤੁਸੀਂ ਕਹਿੰਦੇ ਸੀ ਵੀ ਤੁਸੀਂ ਰਹਿ ਨਹੀਂ ਦੇ ਸਕਦੇ, ਹੁਣ ਪੰਜਾਬ ਦੇ ਆਗੂ ਮੇ ਵੀ ਚਾਹੇ ਉਹ ਸਿਆਸੀ ਲਾਹੇ ਵਾਸਤੇ ਨਿਕਲੇ ਨੇ ਜਾਂ ਆਪਦੀ ਉਹ ਹੋਰ ਕੋਈ ਉਹਨਾਂ ਦਾ ਕਾਰਨ ਹੋ ਸਕਦਾ, ਕਹਿੰਦੇ ਤਾਂ ਪਾਰਟੀ ਦੀ ਗੱਲ ਆ, ਉਹ ਨਿਕਲੇ ਨੇ। ਤੇ ਹੁਣ ਗੱਲ ਤਾਂ ਕਿਤੇ ਹਿਸਾਬ ਨਾਲ ਚੱਲੇ ਨਾ। ਮਿੱਤਲ ਸਾਹਿਬ ਕੱਲ ਸਟੂਡੀਓ ਆਏ ਸੀ, ਉਹ ਵੀ ਕਹਿੰਦੇ ਸੀ ਮੈਂ ਅੱਗੇ ਲੱਗ ਕੇ ਗੱਲ ਕਰਾਵਾਂਗਾ। ਹੁਣ ਜੇ ਗੱਲ ਉੱਠ ਰਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਗੈਪ ਤਾਂ ਹੈ ਨਾ ਜੀ। ਨਹੀਂ ਦੇਖੋ, ਜਿੱਥੋਂ ਤੱਕ ਪਾਰਟੀ ਲੈਵਲ ਦੇ ਉੱਤੇ ਪੰਜਾਬ ਦੀ ਪਾਰਟੀ ਦੇ ਸਿਸਟਮ ਦੇ ਮੁਤਾਬਕ ਜਿਸ ਤਰ੍ਹਾਂ ਗੱਲ ਕਰ ਰਹੇ ਨੇ, ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ ਕਿਉਂਕਿ ਮੇਰੀ ਉਨੀ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਜੀ। ਤੁਸੀਂ ਜਿੱਥੋਂ ਤੱਕ ਸਮੱਸਿਆ ਦੀ ਗੱਲ ਕੀਤੀ ਤਾਂ ਮੈਂ ਉਹਦੇ ਬਾਰੇ ਆਪਣਾ ਦਿਲ ਖੋਲ ਕੇ ਮੈਂ ਆਪਣੀ ਜਿਹੜੀ ਹੈਗੀ ਆ ਗੱਲ ਤੁਹਾਡੇ ਸਾਹਮਣੇ ਰੱਖੀ ਹੈ। ਚਲੋ ਸਮੱਸਿਆ ਦੀ ਗੱਲ ਕਰੀਏ ਆਪਾਂ। ਹੁਣ ਤੁਸੀਂ ਕਿਸਾਨ ਨੂੰ ਅੰਨਦਾਤਾ ਮੰਨਦੇ ਹੋ? ਕਿਸਾਨ ਨੂੰ ਅੰਨਦਾਤਾ ਮੰਨਦੇ ਹੋ? ਦੇਖੋ ਹੁਣ ਇਹ ਛੋਟਾ ਇਹ ਜਿਹੜੀ ਚੀਜ਼ ਹੈ ਨਾ, ਉਹ ਕਿਸੇ ਵੇਲੇ ਕੀ ਹੁੰਦਾ ਹੈ ਜੀ, ਉਹ A = B, B = C ਜੀ, and that is why A = C ਜੀ। ਅੰਨਦਾਤਾ ਇੱਕ ਬਹੁਤ ਵੱਡਾ ਰੱਬ ਦੇ ਬਰਾਬਰ ਦੀ ਇੱਕ ਉਹਦਾ। ਤੁਸੀਂ ਕਹਿੰਦੇ ਹੋ ਕਿ ਅੱਜ ਮੰਦਰ ਗੁਰਦੁਆਰੇ ਜਾ ਕੇ ਅਸੀਂ ਕਹਿੰਦੇ ਹਾਂ ਅੰਨਦਾਤਾ ਰੱਬਾ ਮੇਰਾ ਖਿਆਲ ਰੱਖੀ,
ਉਸ ਹਿਸਾਬ ਦੇ ਨਾਲ ਦੇਖਿਆ ਜਾਏ ਤੇ ਜਿਹੜਾ ਤੁਹਾਨੂੰ ਘਰ 'ਚ ਸਬਜ਼ੀ ਵੀ ਦੇਣ ਆਉਂਦਾ ਉਹ ਵੀ ਅੰਨਦਾਤਾ ਹੈ। ਤੁਹਾਡੇ ਘਰ ਦੇ ਵਿੱਚ ਹੋਰ ਵੀ ਕੋਈ ਖਾਣ ਦਾ ਸਮਾਨ ਦੇਣ ਆਵੇ ਉਹ ਵੀ ਅੰਨਦਾਤਾ ਹੈ। ਉਹ ਸਾਰੇ, ਲੇਕਿਨ ਇਸ ਸ਼ਬਦ ਦੀ ਪਰਿਭਾਸ਼ਾ ਦੇ ਨਾਲ ਮੈਂ ਤਦੇ ਤੁਹਾਡੀ ਗੱਲ ਦੇ ਉੱਤੇ ਮੈਂ ਪਹਿਲੇ ਸਬਜੈਕਟ ਤੇ ਹੀ ਫੜ ਲਿਆ ਮੈਂ ਕਿ ਇਹ ਸ਼ਬਦ ਬਹੁਤ ਵੱਡਾ ਹੈ। ਉਹਨੂੰ ਸਿਰਫ ਇੱਕ ਜਿਹੜਾ ਹੈਗਾ ਅੰਨ ਉਗਾਉਣ ਵਾਲੇ ਉਹ ਉਸ ਗਰੁੱਪ ਦੇ ਨਾਲ ਉਹਨੂੰ ਸਿਰਫ ਨਾ ਜੋੜਿਆ ਜਾਏ। ਉਹ ਸ਼ਬਦ ਬਹੁਤ ਵੱਡਾ ਹੈ। ਹਾਂ, ਕਿਸਾਨ ਵੀ ਉਹਦਾ ਹੀ ਇੱਕ ਹਿੱਸਾ ਹੈ। ਚਲੋ, ਯਾਨੀ ਕਿਸਾਨ ਅੰਨਦਾਤੇ ਦੀ ਇੱਕ ਜਿਹੜੀ ਉਹ ਹੈਗੀ ਹੈ ਪਰਿਭਾਸ਼ਾ, ਉਹਦਾ ਇੱਕ ਹਿੱਸਾ ਹੋ ਸਕਦਾ ਹੈ, ਇੱਕ ਸ਼ਖਸੀਅਤ ਦਾ ਇੱਕ ਹਿੱਸਾ ਹੋ ਸਕਦਾ ਹੈ। ਹੁਣ ਗੱਲ ਇਹ ਹੈ, ਜਿਹੜੀ ਰਾਏ ਉੱਪਰ ਕੇ ਆ ਰਹੀ ਹੈ ਉਹਦੇ ਵਿੱਚ ਜਿਵੇਂ ਕਿ ਇਹ ਵਿਸ਼ਵ ਪੱਧਰ 'ਤੇ ਇਸ ਗੱਲ ਦੀ ਵਿਰੋਧ ਹੋ ਰਿਹਾ ਕਿ ਚਾਹੇ ਕਿਸਾਨਾਂ ਦੀ ਗੱਲ ਜਿੱਦ ਕਹਿ ਲਈਏ ਚਲੋ ਉਹਨਾਂ ਦੀ, ਪਰ ਜੇ ਕੇਂਦਰ ਸਰਕਾਰ ਤਾਂ ਸਿਆਣੀ ਹੈ ਨਾ, ਉਹ ਇਸ ਜਿੱਦ ਨੂੰ ਕਿਸੇ ਢੰਗ ਦਾ ਹੱਲ ਕੱਢੇ। ਤੇ ਹੁਣ ਜਿਹਦੇ ਕਿ ਇਸ਼ਾਰਾ, ਹੁਣ ਫਿਰ ਮੈਂ ਉਸੇ ਗੱਲ ਤੇ ਆਊਂਗਾ ਵੀ ਤੁਹਾਡੀ ਪਾਰਟੀ ਦੇ ਖੁਦ ਦੇ ਲੀਡਰ ਨਿਕਲ ਗਏ ਵੀ ਅਸੀਂ ਕਰਾਵਾਂਗੇ ਜੀ, ਇਹ ਸਾਡੀ ਪਾਰਟੀ ਦਾ ਲੈਕਅਪ ਹੈ ਜਾਂ ਪੇਸ਼ ਨਹੀਂ ਕਰ ਸਕੇ। ਸਰਕਾਰ ਨੂੰ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਹੈ। ਇੱਕ ਵੱਡਾ ਬੰਦਾ ਤਾਂ ਦੇਖ ਕੇ ਕੱਲ ਚੱਲਦਾ ਨਾ। ਮੰਨ ਲਓ ਆਪਾਂ ਇਹ ਵੀ ਮੰਨ ਲੈਂਦੇ ਹਾਂ ਤੁਹਾਡੇ ਹਿਸਾਬ ਨਾਲ ਵੀ ਉਹ ਗਲਤ ਚੱਲ ਰਹੇ ਆ, ਬਹੁਤ ਗਲਤੀਆਂ ਕਰ ਰਹੇ ਨੇ, ਪਰ ਜਦੋਂ ਕਿਤੇ ਗੱਲ ਸੈੱਟ ਕਰਨ ਵਾਸਤੇ ਤਾਂ ਸਿਆਣੇ ਬੰਦੇ ਦੀ ਲੋੜ ਆ ਕਿ ਨਹੀਂ ਸਰ? ਹੁਣ ਤੋਮਰ ਸਾਹਿਬ ਦੀ ਗੱਲ ਸੁਣੋ। ਤੋਮਰ ਸਾਹਿਬ ਦਾ 2-3 ਦਿਨ ਪਹਿਲਾਂ ਦਾ ਬਿਆਨ ਹੈ ਵੀ ਕਾਨੂੰਨ ਤਾਂ ਨਹੀਂ ਵਾਪਸ ਹੁੰਦੇ, ਦੱਸੋ ਗੱਲ ਕਿਹੜੀ ਕਰਨੀ ਹੈ। ਆਏ ਤਾਂ ਫਿਰ ਗੱਲ ਨਹੀਂ ਨਾ ਚੱਲਦੀ ਸਰ। ਨਹੀਂ, ਇਹ ਗੱਲ ਅੱਜ ਦੀ ਥੋੜ੍ਹਾ ਹੁੰਦੀ ਹੈ। ਇਹ ਗੱਲ ਕਹਿੰਦਿਆਂ ਤੇ 6 ਮਹੀਨੇ ਬੀਤ ਗਏ। ਨਾ ਕਾਨੂੰਨ ਨਹੀਂ ਵਾਪਸ ਹੋਣੇ, ਇਹ ਗੱਲ ਕਹਿੰਦਿਆਂ ਤੇ 6 ਮਹੀਨੇ ਹੋ ਗਏ। ਚਲੋ, ਯਾਨੀ ਤੁਸੀਂ ਪੱਕਾ ਮੰਨਦੇ ਹੋ ਕਾਨੂੰਨ ਨਹੀਂ ਵਾਪਸ ਹੋਣੇ? ਤੁਸੀਂ ਕਿਸੇ ਵੀ, ਤੁਸੀਂ ਦੇਖੋ ਦੇਸ਼ ਦਾ ਕਨਸਟੀਟਿਊਸ਼ਨ, ਦੇਸ਼ ਦੀ ਪਾਰਲੀਮੈਂਟ ਤੋਂ ਪਾਸ ਹੋਈ ਚੀਜ਼ ਨੂੰ ਤੁਸੀਂ ਅੱਜ ਇਸ ਚੀਜ਼ ਦੇ ਉੱਤੇ ਲਿਆ ਕੇ ਕਹੋ ਜੀ ਕਾਨੂੰਨ ਵਾਪਸ ਕੀਤੇ ਜਾਣਗੇ। ਕਾਨੂੰਨ ਦੇ ਵਿੱਚ ਤੁਹਾਨੂੰ ਲੱਗਦਾ 2 ਚੀਜ਼ਾਂ ਸੋਧ ਕਰਨ ਵਾਲੀਆਂ, ਉਹਨੂੰ ਸੋਧ ਕਰ ਲਓ, ਜਿਹੜਾ ਚੇਂਜ ਕਰਨ ਵਾਲੀ ਚੇਂਜ ਕਰ ਲਓ। ਲੇਕਿਨ ਤੁਸੀਂ ਇਹ ਗੱਲ ਤੇ ਉਹ ਕਿੰਨੀ ਵਾਰੀ ਕਹਿ ਚੁੱਕੇ ਆ, ਇਹ ਕੋਈ ਨਵੀਂ ਗੱਲ ਥੋੜਾ ਜੀ। ਇਹਨਾਂ ਜੇ ਨਰਮ ਆ ਗਈ ਸੀ ਸਰਕਾਰ, ਹਰਿਆਣੇ ਦੀ ਸਰਕਾਰ ਦਾ ਇਸ਼ਾਰਾ ਦਿੱਤਾ ਸੀ, ਜਿਹੜੇ ਉਹਦੇ ਮਾਮਲੇ ਦਰਜ ਹੋਏ ਸੀ ਵਾਪਸ ਲੈ ਲਏ ਸੀਗੇ, ਨਰਮੀ ਨਜ਼ਰ ਆ ਰਹੀ ਸੀ। ਨਹੀਂ ਤੁਸੀਂ ਦੇਖੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਉਹ ਵੀ ਤੇ ਆਪਣੇ ਬੰਦੇ ਜੀ, ਇੱਕ ਪਾਸੇ ਤੁਸੀਂ ਕਹਿੰਦੇ ਹੋ ਲਓ ਜੀ ਉਹ ਥੋੜਾ ਜਿਹਾ ਭੁੱਲੇ ਭਟਕੇ ਉਹਨਾਂ ਨੇ ਕਰ ਦਿੱਤਾ ਜੀ, ਇਸ ਤਰ੍ਹਾਂ ਉਹ ਪਰੇਸ਼ਾਨ ਹੈ ਜੀ। ਹੁਣ ਤੁਹਾਨੂੰ ਤੇ ਦੇਖਣਾ ਚਾਹੀਦਾ, ਤੇ ਦੇਖਣ ਵਾਸਤੇ ਜੜੀਆਂ ਚੀਜ਼ਾਂ ਬਾਕੀ ਜਿੱਥੇ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਲਾਅ ਐਂਡ ਆਰਡਰ ਨੂੰ ਹੱਥ 'ਚ ਲਿੱਤਾ, ਲੇਕਿਨ ਫਿਰ ਵੀ ਸਰਕਾਰ ਨੇ ਉਹਨੂੰ ਪਿਆਰ ਦੇ ਨਾਲ ਸਮਝਾ ਬੁਝਾ ਕੇ ਗੱਲ ਨੂੰ ਅੱਗੇ ਕੀਤਾ ਕਿ ਚਲੋ ਕੋਈ ਨਹੀਂ, ਤੁਸੀਂ ਬੈਠੋ, ਡਿਸਕਸ ਕਰੋ, ਆਪਣੀ ਪ੍ਰੋਬਲਮ ਤੋਂ ਨਾ ਹਟੀਏ। ਜਿੱਥੇ ਸਮੱਸਿਆ ਹੈ ਆਪਾਂ ਸਮੱਸਿਆ ਦਾ ਸਮਾਧਾਨ ਕਰੀਏ, ਸਮੱਸਿਆ ਤੋਂ ਬਾਹਰ ਨਾ ਜਾਈਏ। ਹਾਂ, ਵਿਰੋਧ ਦੇ ਚੱਕਰ ਦੇ ਵਿੱਚ ਵਿਰੋਧ ਦਾ ਇੰਨਾ ਵੱਧ ਗਿਆ ਕਿ ਹੁਣ ਯੂਪੀ ਦੇ ਵਿੱਚ ਜਿਹੜੇ ਪੰਚਾਇਤਾਂ ਦੇ ਇਲੈਕਸ਼ਨ ਹੋਏ ਉਹਦਾ ਰਿਜ਼ਲਟ ਦੇਖ ਲਓ ਕੀ ਹੈ। ਤੇ ਇੱਕ ਗੱਲ ਹੋਰ ਚੱਲ ਰਹੀ ਹੈ ਕਿ ਯੂਪੀ ਸਭ ਤੋਂ ਵੱਡੀ ਸਟੇਟ ਹੈ ਜਿਹੜੀ ਕੇਂਦਰ ਦੀ ਸੱਤਾ ਦੀ ਬਗੈਰ ਪੂਰੀ ਨਹੀਂ ਹੁੰਦੀ। 80 ਸੀਟਾਂ ਉੱਥੇ, ਉਹਨੂੰ 2 ਹਿੱਸੇ ਕਰਨ ਦੀ ਗੱਲ ਚੱਲ ਰਹੀ ਹੈ। ਹਾਲਾਂਕਿ ਪਿਛਲੀਆਂ ਸਰਕਾਰਾਂ ਨੇ ਵੀ ਕੀਤੀ, ਹੁਣ ਥੋੜ੍ਹਾ ਜਿਹਾ ਆਪਣਾ ਅੱਗੇ ਹੋ ਗਿਆ ਕੰਮ। ਇਹ ਜਿਹੜੀਆਂ ਕਾਰਵਾਈਆਂ ਨੇ ਇਹ ਕਿਤੇ ਨਾ ਕਿਤੇ ਸ਼ੋਅ ਨਹੀਂ ਕਰਦੀ ਕਿ ਭਾਜਪਾ ਨੂੰ ਵਿਰੋਧ ਕਰਕੇ ਥੋੜ੍ਹਾ ਜਿਹਾ ਹੋਰ ਨੁਕਤੇ ਚੇਂਜ ਕਰ ਰਹੀ ਹੈ ਆਪਦੇ? ਨਹੀਂ, ਮੇਰੀ ਜਾਣਕਾਰੀ ਨਹੀਂ ਹੈ ਇਸ ਬਾਰੇ ਕਿ ਕੋਈ ਇਹੋ ਜਿਹੀ ਕੋਈ ਗੱਲ ਚੱਲ ਰਹੀ ਹੈ। ਤੁਹਾਡੀ ਜਾਣਕਾਰੀ ਹੈਗੀ ਹੈ ਤਾਂ ਆਪਾਂ ਜ਼ਰੂਰ ਇਹਦਾ ਪਤਾ ਕਰ ਲਾਂਗੇ। ਨਹੀਂ, 2 ਹਿੱਸਿਆਂ 'ਚ ਸਟੇਟ ਕਰ ਰਹੇ ਨੇ ਤੇ ਮੇਰੇ ਯੋਗੀ ਸਾਹਿਬ PM ਸਾਹਿਬ ਨੂੰ ਮਿਲੇ, ਅਹਿਮਦ ਸ਼ਾਹ ਨੂੰ ਵੀ ਮਿਲੇ ਨੇ। ਨਹੀਂ, ਇਹੋ ਜਿਹੀ ਕੋਈ ਮੇਰੀ ਜਾਣਕਾਰੀ 'ਚ ਨਾ। ਤੁਸੀਂ ਥੋੜ੍ਹਾ ਜਿਹਾ ਪਾਸਾ ਵੱਢਦੇ ਹੋ, ਜਾਣਕਾਰੀ ਤਾਂ ਤੁਹਾਡੀ ਹੈਗੀ ਹੈ। ਨਹੀਂ, ਪਤਾ ਨਹੀਂ ਹੁਣ ਤੁਸੀਂ ਪਤਾ ਨਹੀਂ ਚਿਹਰਾ ਕਿਹੜਾ ਪਾਸੇ ਰੀਡ ਕਰਦੇ ਹੋ, ਮੈਨੂੰ ਨਹੀਂ ਪਤਾ। ਚਲੋ ਆਪਾਂ ਫਿਰ ਪੰਜਾਬ ਤੇ ਆਈਏ। ਤੁਹਾਡੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੀ ਪ੍ਰਧਾਨਗੀ ਚੇਂਜ ਹੋਣੀ ਹੈ, ਉੱਥੋਂ ਦੀ ਇਕਾਈ ਚੇਂਜ ਹੋਣੀ ਹੈ, ਕਈ ਨਾਮ ਆ ਰਹੇ ਨੇ, ਤੁਹਾਡਾ ਨਾਮ ਵੀ ਉਹਦੇ ਵਿੱਚ ਹੈ। ਅੱਛਾ, ਮੇਰੀ ਜਾਣਕਾਰੀ 'ਚ ਨਹੀਂ ਹੈ। ਤੁਸੀਂ ਪਤਾ ਨਹੀਂ ਕਿੱਥੋਂ ਸਵਾਲ ਕੱਢ ਕੇ ਲਿਆਏ ਹੋ ਅੱਜ। ਕਿੱਥੋਂ ਨਹੀਂ ਲੈ ਕੇ ਆਏ, ਇਹ ਗੱਲ ਚੱਲ ਰਹੀ ਹੈ ਕਿ ਉਹ ਡਿਮਾਂਡ ਉੱਥੋਂ ਦੀ ਇਕਾਈ ਨਹੀਂ ਕੀਤੀ ਵੀ ਪਾਰਟੀ ਜੇ ਕੁਛ ਚੀਜ਼ਾਂ ਫਿਰ ਬਦਲ ਚਾਹੀਦਾ, ਕਿਉਂਕਿ ਕਾਂਗਰਸ ਦੇ ਵਿੱਚ ਵੀ ਇਹੀ ਚੱਲ ਰਿਹਾ। ਦੋਨਾਂ ਦਾ ਮਕਸਦ ਇੱਕੋ ਹੀ ਹੈ ਵੀ ਸੱਤਾ ਦੇ ਵਿੱਚ ਜਾਂ ਸਾਡੀ ਵਾਪਸੀ ਕਿਵੇਂ ਹੋਵੇ ਜਾਂ ਉਹ ਰਿਪੀਟ ਕਿਵੇਂ ਕਰਨ, ਜਾਂ ਤੁਸੀਂ ਸੱਤਾ 'ਚ, ਕਿਉਂਕਿ 117 ਸੀਟਾਂ ਤਾਂ ਲੜੋਗੇ ਨਾ ਪੰਜਾਬ ਦੇ ਵਿੱਚ, ਪਹਿਲਾਂ 23 ਸੀਟਾਂ ਲੜਦੇ ਸੀ। ਇਹ ਸਾਰਾ ਨਿਰਣੇ ਪੰਜਾਬ ਦੀ ਇਕਾਈ ਕਰੇਗੀ ਨਾ। ਨਹੀਂ, ਫਿਰ ਆਇਆ ਨਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰ ਰਿਹਾ ਕਿ ਤੁਹਾਡਾ ਨਾਮ ਆ ਰਿਹਾ। ਨਹੀਂ, ਮੈਂ ਉਹੀ ਕਹਿ ਰਿਹਾ, ਇਹ ਮੈਂ ਪਹਿਲੀ ਵਾਰੀ ਤੁਹਾਡੇ ਮੂੰਹੋਂ ਸੁਣਿਆ। ਚਲੋ, ਚਰਚਾ ਜਿਹੜੀ ਹੈਗੀ ਹੈ ਉਹ ਮੈਂ ਇਸੇ ਕਰਕੇ ਤੁਹਾਨੂੰ ਪੁੱਛਿਆ ਸੀ। ਕੋਈ ਨਹੀਂ, ਤੁਸੀਂ ਮੈਨੂੰ ਦੱਸ ਦੇਣਾ ਕਿ ਤੁਹਾਨੂੰ ਕਿੰਨੇ ਆ ਕੇ ਆਖਿਆ ਹੈਗਾ, ਤੇ ਤਾਂ ਫਿਰ ਮੈਂ ਤੁਹਾਡੇ ਨਾਲ। ਚਲੋ, ਤੁਸੀਂ ਨਹੀਂ ਦੱਸਣਾ। ਹੁਣ ਗੱਲ ਇਹ ਹੈ ਕਿਉਂਕਿ ਜਿਹੜੀ ਤੁਹਾਡੀ ਚੰਡੀਗੜ੍ਹ ਦਾ, ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਜੋ ਭਾਜਪਾ ਦਾ ਵਿਧਾਨ ਆ ਉਹਦੇ
ਹਿਸਾਬ ਨਾਲ ਜਿੰਨੀ ਟਰਮ ਤੁਸੀਂ ਇੱਥੇ 10 ਸਾਲ ਪ੍ਰਧਾਨਗੀ ਕੀਤੀ ਹੈ, ਪਾਰਟੀ ਨੂੰ ਰਾਈਜ਼ ਕੀਤਾ, ਮੇ ਵੀ ਪਾਰਟੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਪੰਜਾਬ ਦੀ ਜਿਹੜੀ ਇਕਾਈ ਨੂੰ ਸੈੱਟ ਕਰਨ ਵਾਸਤੇ ਤੁਹਾਡੀ ਅਗਵਾਈ ਦੇ ਦੇਣ। ਮੈਂ ਤਾਂ ਕਿਹਾ ਮੈਂ ਅੱਜ ਪਹਿਲੀ ਵਾਰੀ ਤੁਹਾਡੇ ਮੂੰਹੋਂ ਇਹ ਗੱਲ ਸੁਣੀ ਹੈ। ਅੱਛਾ ਜੀ। ਜੋ ਮੇਰੀ ਜਾਣਕਾਰੀ ਨਹੀਂ ਹੈ ਇਸ ਬਾਰੇ। ਚਲੋ ਠੀਕ ਹੈ, ਤੁਹਾਡੀ ਜਾਣਕਾਰੀ 'ਚ ਨਹੀਂ ਹੈ, ਤੁਸੀਂ ਦੱਸਣਾ ਨਹੀਂ ਚਾਹੁੰਦੇ ਕਿਸੇ ਗੱਲ ਨੂੰ। ਹਾਲਾਂਕਿ ਮਿੱਤਲ ਸਾਹਿਬ ਨਾਲ ਮੇਰੀ ਕੱਲ੍ਹ ਗੱਲ ਹੋਈ ਇਸੇ ਸਟੂਡੀਓ 'ਚ, ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਹੈਗੀ ਗੱਲ ਤਾਂ ਕੋਈ ਦੇਖ ਲਾਂਗੇ। ਕਿਹਾ ਉਹਨਾਂ ਨੇ ਵੀ ਇਹੀ ਸੀ ਮੇਰੀ ਜਾਣਕਾਰੀ 'ਚ ਨਹੀਂ, ਪਰ ਇੱਕੇ ਦਾ ਵੀ ਭਾਜਪਾ ਜਿਵੇਂ ਤੁਹਾਨੂੰ ਦੋ ਬੰਦੇ ਕਹਿ ਰਹੇ ਜਾਣਕਾਰੀ 'ਚ ਨਹੀਂ ਆ, ਤੁਸੀਂ ਫੇਰ ਵੀ ਪੁੱਛੀ ਜਾਂਦੇ ਹੋ। ਨਹੀਂ, ਬਾਅਦ 'ਚ ਮੰਨ ਗਏ ਸੀਗੇ। ਅੱਛਾ, ਥੋੜ੍ਹਾ ਜਿਹਾ ਮੰਨ ਗਏ ਸੀਗੇ ਵੀ ਹਾਂ ਠੀਕ ਹੈ ਜੀ, ਜੇ ਹੋ ਗਿਆ ਤਾਂ ਵਧੀਆ ਗੱਲ ਹੈ। ਚਲੋ ਇਹ ਉਹਨਾਂ ਦੀ ਸੋਚ ਹੈ, ਲੇਕਿਨ ਮੈਂ ਜਿੱਥੋਂ ਤੱਕ ਮੈਂ ਆਪਣੇ ਜਿਹੜੀ ਹੈਗੀ ਹੈ ਮੇਰੀ ਜਾਣਕਾਰੀ 'ਚ ਇਹੋ ਜਿਹੀ ਗੱਲ ਬਿਲਕੁਲ ਵੀ ਨਹੀਂ ਹੈਗੀ। ਜੀ ਜੀ, ਪਤਾ ਕੀ ਗੱਲ ਹੈ, ਗੱਲ ਹੁਣ ਜਿਹੜੇ ਸਮੀਕਰਨ ਬਣੇ ਹੋਏ ਆ, ਇਹੀ ਗੱਲ ਕਾਂਗਰਸ ਚੱਲ ਰਹੀ ਹੈ। ਗੱਲ ਤਾਂ ਉਹੀ ਹੈ, ਪ੍ਰਧਾਨਗੀ ਚੇਂਜ, ਹੋਰ ਅਗਵਾਈ ਚੇਂਜ, ਨਾ ਕਿ ਰਿਪੀਟ ਉਹ 'ਚ ਕਈ ਗਲਤੀਆਂ ਹੋਈਆਂ। ਇਹੀ ਇੱਧਰ ਚੱਲ ਰਹੀ ਹੈ ਗੱਲ, ਕਿਉਂਕਿ ਲੀਡਰ ਉੱਠ ਖੜੇ ਨੇ, ਪੁਰਾਣੇ ਇਹ ਸੀਨੀਅਰ ਲੀਡਰ ਉੱਠੇ ਨੇ ਜਿਨ੍ਹਾਂ ਦਾ ਬਹੁਤ ਯੋਗਦਾਨ ਆ ਪਾਰਟੀ ਦੇ ਵਿੱਚ। ਇਸ ਕਰਕੇ ਮੇ ਵੀ ਕੋਈ ਨਾ ਕੋਈ ਗੱਲ ਤਾਂ ਹੈ, ਤੁਸੀਂ ਮੰਨੋ ਨਾ ਮੰਨੋ। ਚਲੋ ਆਪਾਂ ਹੋਰ ਮੁੱਦੇ 'ਤੇ ਆਉਂਦੇ ਹੁਣ। ਤੁਸੀਂ ਇਹ ਥੋੜ੍ਹਾ ਜਿਹਾ ਸ਼ਾਰਟ 'ਚ ਦੱਸੋ ਕਿ ਜਿਹੜਾ ਅੰਦੋਲਨ ਹੈ, ਅੰਦੋਲਨ ਨੂੰ ਖਤਮ ਕਰਨ ਦਾ ਕੀ ਹੈ? ਨੈਸ਼ਨਲ ਕੌਂਸਲ ਦੇ ਤੁਸੀਂ ਮੈਂਬਰ ਹੋ, ਵੱਡੀ ਗੱਲ ਦੱਸੋ ਵੀ ਇਹ ਕੀ ਹੱਲ ਹੋ ਸਕਦਾ ਹੈ, ਵੀ ਇਹਨੂੰ ਨਿਬੇੜਿਆ ਜਾਵੇ, ਕਿਉਂਕਿ ਇਹ ਤਾਂ ਜਿੱਦ ਲੱਗ ਰਹੀ ਹੈ ਜੀ। ਲਿਬਰੇਟ ਜੀ, ਤੁਸੀਂ ਜਿਹੜੇ ਹੈਗੇ ਆ ਬਹੁਤ ਸਮੇਂ ਤੋਂ ਖਾਸ ਤੌਰ ਦੇ ਉੱਤੇ ਇਸ ਇਲਾਕੇ ਦੀ ਇੱਕ ਵੱਡੇ ਅਖਬਾਰਾਂ ਦੇ ਨਾਲ ਤੁਸੀਂ ਐਸੋਸੀਏਟਿਡ ਰਹੇ ਹੋ। ਤੁਸੀਂ ਬੜੀਆਂ ਸਮੱਸਿਆਵਾਂ ਵੀ ਇਸ ਟਾਈਮ ਦੇ ਦੌਰਾਨ ਦੇਖੀਆਂ ਹੋਣਗੀਆਂ ਜੀ। ਤੁਸੀਂ ਬੜੀਆਂ ਹੱਲ ਵੀ ਇਸ ਟਾਈਮ ਦੇ ਦੌਰਾਨ ਦੇਖੇ ਹੋਣਗੇ ਜੀ। ਇਹ ਸਾਰੀ ਚੀਜ਼ 'ਚ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਜਿੰਨੀਆਂ ਵੀ ਐਜੀਟੇਸ਼ਨਾਂ ਹੋਈਆਂ ਔਰ ਜਿੰਨੀਆਂ ਵੀ ਐਜੀਟੇਸ਼ਨਾਂ ਦੇ ਬਾਅਦ ਸਮਾਧਾਨ ਆਇਆ, ਸਮਾਧਾਨ ਐਜੀਟੇਸ਼ਨਾਂ ਹੁੰਦੀਆਂ ਸੜਕਾਂ 'ਤੇ, ਸਮਾਧਾਨ ਹੁੰਦੇ ਆ ਟੇਬਲ 'ਤੇ ਜੀ। ਇਹ ਸਮਾਧਾਨ ਵਾਸਤੇ ਟੇਬਲ 'ਤੇ ਬੈਠ ਕੇ ਹੀ ਹੋਣੇ। ਜਿਹੜੇ ਕੋਈ ਐਸੇ ਲੋਕ ਜਿਹੜੇ ਨਹੀਂ ਚਾਹੁੰਦੇ ਜੀ ਕਿ ਵੀ ਆਹ ਚੀਜ਼ ਹੋ ਸਕੇ, ਨੇੜੇ ਆ ਸਕੇ, ਇਹ ਉਹ ਲੋਕ ਹੈਗੇ ਆ ਜਿਨ੍ਹਾਂ ਦੀ ਆਪਣੀ ਰਾਜਨੀਤੀ ਦੀ ਗੋਟੀਆਂ ਫਿੱਟ ਹੋ ਰਹੀਆਂ, ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਭਾਈ ਇਸ ਗੱਲ ਨੂੰ ਜਿਹੜਾ ਹੈਗਾ ਨਾ, ਹਾਲੇ ਇਹਨੂੰ ਇੰਝ ਹੀ ਵਧਾਈ ਜਾਓ। ਜਿਹੜੇ ਆਪਣਾ ਰਾਜਨੀਤਿਕ ਜਿਹੜਾ ਹੈਗਾ ਵੈ ਬੇਸ ਖਤਮ ਹੁੰਦਾ ਦੇਖਦੇ ਪਏ ਆ, ਜਿਨ੍ਹਾਂ ਨੂੰ ਲੱਗ ਰਿਹਾ ਕਿ ਭਾਈ ਸਾਡੇ ਵਾਸਤੇ ਕੁਛ ਨਹੀਂ, ਦੇਸ਼ ਦੇ ਵਿੱਚ ਉਹ ਕੁਛ ਨਹੀਂ। ਕਿਸੇ ਨੂੰ ਇਹ ਲੱਗ ਰਿਹਾ ਕਿ ਯਾਰ ਵਿਰੋਧ ਸਿਰਫ ਵਿਰੋਧਤਾ ਕਰਕੇ। ਕਿਹੜੇ ਬੰਦੇ ਦੀ ਮੈਨੂੰ ਦੱਸੋ ਜੀ, ਇਸ ਕਾਨੂੰਨ ਕਰਕੇ ਕਿਹੜੇ ਬੰਦੇ ਦਾ ਨੁਕਸਾਨ ਹੋ ਗਿਆ? ਸਰਕਾਰ ਕਹਿ ਰਹੀ ਹੈ ਭਾਈ ਮੇਰੇ ਬੈਠੋ, ਮੇਰੇ ਭਰਾਓ, ਤੁਸੀਂ ਆਪਾਂ ਸਾਹਮਣੇ ਬੈਠ ਕੇ ਗੱਲ ਕਰਦੇ ਹਾਂ। ਉਹਨਾਂ ਨੇ ਜਿੰਨੀ ਐਜੀਟੇਸ਼ਨ ਵੀ ਹੋਈ, ਜਿਸ ਢੰਗ ਦੇ ਨਾਲ ਹੋਇਆ, ਜਿੱਥੇ ਕੋਈ ਕਿਸੇ ਪੁਲਿਸ ਤੇ ਕੋਈ ਟਰੈਕਟਰ ਚੜਾ ਰਿਹਾ, ਕੋਈ ਕੁਛ ਕਰ ਰਿਹਾ, ਸਾਰਾ ਕਿਸੇ ਪਾਸੇ ਨਾ ਪੁਲਿਸ ਨੇ ਕੋਈ ਰਿਐਕਟ ਕੀਤਾ, ਵੀ ਆਪਣੇ ਹੀ ਬੰਦੇ ਆ। ਜਿੱਥੋਂ ਤੱਕ ਪਿਆਰ ਮੁਹੱਬਤ ਦੀ ਗੱਲ ਹੈ, ਤੁਸੀਂ ਇਹ ਗੱਲ 2-3 ਵਾਰੀ ਡਿਫਰੈਂਟ ਢੰਗ ਨਾਲ ਪੁੱਛ ਰਹੇ ਹੋ। ਪਿਆਰ ਮੁਹੱਬਤ ਤੇ ਪੂਰਾ ਦਿਖਾਇਆ, ਬੈਠ ਕੇ ਗੱਲ ਕਰਨ ਵਾਸਤੇ ਹਰ ਵਾਰੀ ਬੁਲਾਇਆ, ਬੈਠ ਕੇ ਗੱਲ ਕਰਕੇ ਹੀ ਗੱਲ ਮੁੱਕਣੀ ਹੈ। ਉਹਨੂੰ ਕੋਈ ਕਿਸੇ ਚੀਜ਼ ਦਾ ਆਪਣਾ ਇਹਦਾ ਮੁੱਛ ਦਾ ਸਵਾਲ ਜਿਹੜਾ ਹੈਗਾ ਵੈ, ਉਹਨੂੰ ਬਣਾ ਕੇ ਕੋਈ ਬੈਠਾ ਰਵੇ ਘਰ ਨੂੰ, ਇਹ ਗੱਲ ਠੀਕ ਨਹੀਂ ਹੈ। ਤੁਹਾਨੂੰ ਟੇਬਲ ਤੇ ਆ ਕੇ ਹੀ ਗੱਲ ਨੂੰ ਨਜਿੱਠਣਾ ਪੈਣਾ। ਇਹ ਸਮਾਂ ਜਿਹੜਾ ਨਾ ਜੀ, ਦੇਖੋ ਜੀ, ਇਹ ਸਮਾਂ ਇਹੋ ਜਿਹਾ ਹੈ ਕਿ ਦੇਸ਼ ਦੇ ਸਾਰੇ ਇਹ ਜਿਹੜੇ ਹੈਗੇ ਆ ਇਸ ਚੀਜ਼ ਦੇ ਵਿੱਚ ਜਿਹੜੇ ਆਗੂ ਨੇ, ਉਹ ਆਗੂ ਇਹ ਜ਼ਰੂਰ ਸੋਚਣ, ਐਸਾ ਪ੍ਰਧਾਨ ਮੰਤਰੀ ਜਿਨਨੇ ਤੁਸੀਂ ਦੇਖੋ ਕਿ ਕਦੀ ਅੱਜ ਤੱਕ ਸੋਚਿਆ ਸੀਗਾ ਕਿਸੇ ਨੇ ਕਿ ਵੀ ਮੈਂ ਪੂਰੇ ਦੇਸ਼ ਦੇ ਵਿੱਚ ਜਿੱਥੇ ਤੱਕ ਟਾਇਲਟ ਨਹੀਂ ਪਹੁੰਚਿਆ ਮੈਂ ਉਹ ਪਹੁੰਚਾਉਣਾ। ਅੱਜ ਤੱਕ ਕਿਸੇ ਨੇ ਇਹ ਸੋਚਿਆ ਸੀਗਾ ਕਿ ਜਿੱਥੇ ਘਰ 'ਚ ਸਾਡੀਆਂ ਭੈਣਾਂ ਬੈਠੀਆਂ ਪਿੰਡਾਂ ਦੇ ਵਿੱਚ ਫੂਕਾਂ ਮਾਰ ਕੇ ਅੰਗੀਠੀ ਬਾਲ ਰਹੀਆਂ ਨੇ, ਆਪਣੇ ਫੇਫੜੇ ਗਾਲ ਰਹੀਆਂ ਨੇ,
ਉਹਨਾਂ ਨੂੰ ਮੈਂ ਫ੍ਰੀ ਜਾ ਕੇ ਮੈਂ ਉੱਥੇ ਉਹਨਾਂ ਨੂੰ ਇਸੇ ਕਰਕੇ ਤਾਂ ਕਹਿ ਰਹੇ ਹਾਂ ਕਿ ਐਡੀਆਂ ਛੋਟੀਆਂ ਗੱਲਾਂ ਦਾ ਹੱਲ ਕੀਤਾ। ਕਿਸਾਨ ਅੰਦੋਲਨ 'ਚ ਕੀ ਹੋ ਗਿਆ? ਦੇਸ਼ ਦੀ ਜਿਹੜੀ ਪੋਜੀਸ਼ਨ ਤੁਸੀਂ ਦੇਖੋ, ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਹੈਗੀ ਹੈ ਜਾ ਕੇ ਐਡੀ ਪਾਵਰਫੁਲ ਪੋਜੀਸ਼ਨ ਕਿ ਜਿਸਲੇ ਉਹ ਆਵਾਜ਼ ਦਿੰਦੇ ਆ ਬਾਕੀ ਸਾਰੇ ਦੇਸ਼ ਉਹ ਮਦਦ ਕਰਨ ਨੂੰ ਵੀ ਨਾਲ ਆ ਜਾਂਦੇ ਨੇ। ਤੁਸੀਂ ਦੇਖੋ ਰਾਫੇਲ ਦਾ ਮਾਮਲਾ ਜਿਹੜਾ ਕਿ ਪਿਛਲੇ 22 ਸਾਲਾਂ ਤੋਂ ਇੰਜ ਹੀ ਪਿਆ ਦਾ ਸੀ, ਜਿਹੜਾ ਫੈਸਲਾ ਹੀ ਨਹੀਂ ਸੀ ਹੁੰਦਾ, ਕਿਉਂਕਿ ਕਾਂਗਰਸ ਦੇ 10 ਸਾਲਾਂ 'ਚ ਤੇ ਸਿਰਫ ਕਮਿਸ਼ਨ ਦਾ ਕੰਮ ਹੋਇਆ। ਹੁਣ ਤੁਸੀਂ ਦੇਖੋ ਉਹਨਾਂ ਨੇ ਉਹ ਕਰਕੇ ਦਿਖਾਇਆ। ਜਿੰਨਾ ਮਾਮਲਾ ਜਿਹੜਾ ਹੈਗਾ ਵੈ, ਸਾਨੂੰ ਉਹ ਕਿਹਾ ਜਾਂਦਾ ਸੀਗਾ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਵੀ 370 ਦੀ ਦਫਾ ਹਟੇਗੀ ਤੇ ਪਤਾ ਨਹੀਂ ਕਿਹੜੀਆਂ ਉਹ ਜੀ ਖੂਨ ਦੀਆਂ ਨਦੀਆਂ ਬਹਿ ਜਾਣਗੀਆਂ। 370 ਵੀ ਹਟਿਆ, ਉਹਨੂੰ ਵੀ ਠੀਕ ਢੰਗ ਦੇ ਨਾਲ ਉਹਨੂੰ ਵੀ ਨਜਿੱਠਿਆ। ਰਾਮ ਮੰਦਿਰ ਦਾ ਤੁਸੀਂ ਦੇਖੋ 500 ਸਾਲਾਂ ਤੋਂ ਪੈਂਡਿੰਗ ਪਈ ਹੋਈ ਚੀਜ਼, ਉਹ ਵੀ ਤੁਹਾਡੇ ਸਾਹਮਣੇ ਆਏਗੀ। ਤੁਸੀਂ ਦੇਖੋ ਟ੍ਰਿਪਲ ਤਲਾਕ ਦਾ ਦੁਨੀਆ ਦੇ ਵਿੱਚ ਖਤਮ ਹੋ ਗਿਆ, ਸਾਡੇ ਇੱਥੇ ਉਹ ਚੱਲੀ ਜਾ ਰਿਹਾ ਸੀਗਾ। ਫਿਰ ਤੁਸੀਂ ਦੇਖੋ ਕੋਈ ਜਿਹੜੇ ਹੈਗੇ ਆ ਕਿੰਨੇ ਹਜ਼ਾਰ ਕਿੰਨੇ ਸੈਂਕੜੇ ਸਾਡੇ ਜਿਹੜੇ ਕਾਨੂੰਨ ਇਹੋ ਜਿਹੇ ਸੀਗੇ, ਜਿਹੜੇ ਕਾਨੂੰਨ ਸਿਰਫ ਕਿਤਾਬਾਂ 'ਚ ਰਹਿ ਗਏ ਸੀਗੇ, ਉਹਨਾਂ ਨੂੰ ਨਿਰਸਤ ਕੀਤਾ। 42 ਕਰੋੜ ਲੋਕਾਂ ਦੇ ਖਾਤੇ ਖੁੱਲ ਗਏ। ਪਹਿਲੇ 3 ਕਰੋੜ ਲੋਕਾਂ ਦੇ ਸੀ, ਜ਼ੀਰੋ ਬੈਲੈਂਸ ਦੇ ਉੱਤੇ ਗਰੀਬ ਆਦਮੀ ਖਾਤਾ ਨਹੀਂ ਸੀ ਖੋਲ ਸਕਦਾ। ਇਹ ਕਰੋਨਾ ਆਈ ਹੈ, ਮੈਨੂੰ ਦੱਸੋ ਲੋਕਾਂ ਦੇ ਖਾਤਿਆਂ 'ਚ ਪੈਸੇ ਕਿਵੇਂ ਪਹੁੰਚੇ? ਉਹ ਗਰੀਬ ਆਦਮੀ ਨੂੰ ਨਹੀਂ ਤੇ ਕਾਂਗਰਸ ਤੇ ਮਨਰੇਗਾ ਦਾ ਪੈਸਾ ਵੀ ਕੈਸ਼ ਲੈ ਕੇ ਜਾਂਦੀ ਸੀ ਕਿ ਤੇ ਅੱਧਾ ਗਾਇਬ ਹੋ ਜਾਂਦਾ ਸੀਗਾ। ਰਾਜੀਵ ਗਾਂਧੀ ਨੇ ਖੁਦ ਕਿਹਾ ਸੀਗਾ ਕਿ ਮੈਂ 100 ਰੁਪਇਆ ਭੇਜਣਾ ਤੇ 85 ਰੁਪਈਆ ਚੋਰੀ ਹੋ ਜਾਂਦਾ। ਅੱਜ 100 ਰੁਪਈਆ ਜੇ ਸਾਡੀ ਸਰਕਾਰ ਭੇਜਦੀ ਆ ਤੇ 100 ਰੁਪਈਏ ਮਤਲਬ 99 ਰੁਪਈਏ ਤੇ 100 ਪੈਸੇ ਬੰਦੇ ਦੇ ਖਾਤੇ 'ਚ ਜਾਂਦੇ ਨੇ। ਇਹ ਦੇਖੋ ਜਿਹੜਾ ਫਰਕ ਲਿਆ ਕੇ ਦਿੱਤਾ ਇਹੋ ਜਿਹੇ ਪ੍ਰਧਾਨ ਮੰਤਰੀ ਨੇ, ਅੱਜ ਦੁਨੀਆ ਉਸ ਚੀਜ਼ ਦੀ ਤਾਰੀਫ ਕਰ ਰਹੀ ਹੈਗੀ ਆ। ਸੋ ਮੇਰਾ ਇਹ ਮੰਨਣਾ ਹੈ ਕਿ ਆਪਣੇ ਭਾਈਆਂ ਨੂੰ ਮੇਰੀ ਜਿਹੜੀ ਹੈਗੀ ਆ ਰਿਕੁਐਸਟ ਹੈ, ਦਰਖਾਸਤ ਹੈ ਕਿ ਭਾਈ ਬੈਠੋ ਟੇਬਲ ਤੇ, ਸਰਕਾਰ ਨਾਲ ਬੈਠ ਕੇ ਗੱਲ ਕਰਕੇ ਉਹਦਾ ਹੱਲ ਲੱਭੋ। ਗੱਲ ਵੀ ਉਹੀ ਨਿਕਲ ਰਹੀ ਹੈ ਕਿ ਜਦੋਂ ਐਡੇ ਮਸਲੇ ਹੱਲ ਕਰ ਲਏ, ਐਡੀ ਨਵੀਆਂ ਚੀਜ਼ਾਂ ਸ਼ੁਰੂ ਕੀਤੀਆਂ, ਛੋਟੀ ਚੀਜ਼ ਤੋਂ ਬਹੁਤ ਵੱਡੀ ਗੱਲ ਲੈ ਕੇ ਆਂਦੀ ਹੈ। ਪਰ ਇਹ ਛੋਟੀ ਜਿਹੀ ਕਾਨੂੰਨ ਦੀ ਗੱਲ ਤੇ ਕਿਉਂ ਅੜ ਕੇ ਵੇ? ਗੱਲ ਇਹ ਹੈ, ਅੱਛਾ ਇਹੀ ਤਾਂ ਰੌਲਾ ਹੈ ਵੀ ਐਡੇ ਮਸਲੇ ਹੱਲ ਕਰ ਲਏ। ਰਾਮ ਮੰਦਿਰ ਦਾ 500 ਸਾਲ ਪੁਰਾਣਾ ਤੁਸੀਂ ਕਹਿੰਦੇ ਮਸਲਾ ਹੱਲ ਹੋ ਗਿਆ, ਇਹ ਤਾਂ 6 ਮਹੀਨੇ ਟਪਾਤੇ ਛੋਟੀ ਜਿਹੀ ਗੱਲ ਤੇ। ਇਹ ਕਿਤੇ ਕੋਈ ਹੱਲ ਤਾਂ ਹੋਣਾ ਚਾਹੀਦਾ ਨਾ ਸਾਰੇ ਦਾ। ਤੁਹਾਡੀ ਸਾਰੀ ਗੱਲ ਤੋਂ ਇਹ ਲੱਗ ਰਿਹਾ ਕਿ ਟੇਬਲ ਟਾਕ, ਉਹਨਾਂ ਦਾ ਕਹਿਣ ਤੇ ਗੱਲ ਸੁਣਦੇ ਨਹੀਂ ਕਿ ਸਾਡੀ ਤੇ ਸਾਰੀ ਗੱਲ ਕਹਿ ਕੇ ਮੁੜ ਕੇ ਪਾਸੇ ਕਰ ਦਿੰਦੇ। ਨਹੀਂ ਗੱਲ ਤੁਹਾਨੂੰ ਵੀ ਪਤਾ ਹੈ, ਉਹ ਤੇ ਹੁਣ ਐਵੇਂ ਤੁਸੀਂ ਵੀ ਕਰੀ ਜਾਂਦੇ ਹੋ, ਆਟਾ ਗੁੰਦੀ ਹਿਲਦੀ ਕਿਉਂ? ਨਹੀਂ ਸਾਰੀਆਂ ਗੱਲਾਂ ਮੈਨੂੰ ਇੱਕ ਚੀਜ਼ ਤੁਸੀਂ ਦੱਸੋ, ਇਹ ਜਿਹੜਾ ਇਹ ਵਿਰੋਧਤਾ ਇਸ ਜਿਹੜੀ ਫਾਰਮਰਸ ਵਾਲੀ ਤੁਹਾਨੂੰ ਕਿੰਨੇ ਸੂਬਿਆਂ 'ਚ ਦਿਖਦੀ? ਮੇਰਾ ਸਵਾਲ ਤਾਂ ਤੁਸੀਂ 1 ਮਿੰਟ 'ਚ ਤੁਹਾਨੂੰ ਜੰਮੂ ਕਸ਼ਮੀਰ 'ਚ ਦਿਖੀ, ਤੁਹਾਨੂੰ ਹਿਮਾਚਲ ਪ੍ਰਦੇਸ਼ 'ਚ ਦਿਖੀ, ਤੁਹਾਨੂੰ ਉੱਤਰਾਖੰਡ 'ਚ ਦਿਖੀ, ਤੁਹਾਨੂੰ ਮੱਧ ਪ੍ਰਦੇਸ਼ 'ਚ ਦਿਖੀ, ਪੱਛਮੀ ਯੂਪੀ 'ਚ ਆ ਗਈ। ਇੱਕ ਸੈਕਿੰਡ ਚਲੋ ਤੁਸੀਂ 2 ਬੋਲਦੇ ਹੋ ਜਿਨ੍ਹਾਂ 'ਚ ਦਿਖਦੀ ਪਈ ਹੈ, ਠੀਕ ਹੈ। ਤੇ ਜੇ ਮੈਂ 36 ਦੇ ਵਿੱਚੋਂ ਕਹਿ ਦਿਆਂ ਅੱਛਾ ਚਲਾ 2 ਛੱਡ ਦਿਓ, 34 ਸਟੇਟਾਂ ਦੇ ਵਿੱਚ ਜਿਹੜੀ ਹੈਗੀ ਆ ਨਹੀਂ ਦਿਖਦੀ, ਤੇ ਤੁਸੀਂ ਉਹਨਾਂ ਨੂੰ ਤੇ ਇਹੀ ਕਹਿਣਾ ਪਏਗਾ ਭਾਈ ਜੇ 34 ਬੰਦੇ ਇਸ ਚੀਜ਼ ਨੂੰ ਰਾਜੀ ਹੈ ਤੇ 2 ਬੰਦੇ ਤੁਸੀਂ ਦੱਸੋ ਭਾਈ ਤੁਹਾਡੀ ਕੀ ਸਮੱਸਿਆ ਹੈਗੀ, ਉਹਨੂੰ ਬੈਠ ਕੇ ਉਹਦਾ ਹੱਲ ਕੱਢੀਏ। ਗੱਲ ਇਹ ਉਹਨਾਂ ਨੂੰ ਕਿਉਂ ਨਹੀਂ ਸਮਝਾਉਂਦੇ? ਉਹਨਾਂ ਦੇ ਆਗੂਆਂ ਨੂੰ ਬੁਲਾਓ ਇੱਥੇ, ਇਸ ਕੁਰਸੀ ਤੇ ਉਹਨਾਂ ਨੂੰ ਬਿਠਾਓ, ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਹੋ ਕਿ ਭਾਈ ਟੇਬਲ ਤੇ ਆਓ, ਡਿਸਕਸ ਕਰੋ, ਐਵੇਂ ਸੂਬੇ ਨੂੰ ਪਿੱਛੇ ਨਾ ਲਿਜਾਓ। ਚਲੋ ਹੁਣ ਮੈਂ ਤੁਹਾਨੂੰ ਦੱਸਦਾ, ਪੱਛਮੀ ਯੂਪੀ, ਠੀਕ ਹੈ ਜੀ, ਪੰਜਾਬ, ਹਰਿਆਣਾ, ਉੱਤਰਾਖੰਡ ਵੀ ਨਾਲ ਆਉਣ ਵਾਲਾ ਹੁਣ। ਅੱਛਾ ਇਹ ਤੁਹਾਨੂੰ ਖਬਰ ਆਈ? ਹਾਂ ਖਬਰ ਨਹੀਂ ਆਈ, ਤੁਹਾਡੇ ਸਾਹਮਣੇ ਸਾਰਾ ਕੁਝ। ਹੁਣ ਸੁਣੋ ਤੁਸੀਂ ਕਰ, ਇਹ ਇਹਨਾਂ ਸਟੇਟਾਂ 'ਚ ਪ੍ਰੋਬਲਮ ਤਾਂ ਹੈ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ 56% ਦੀ ਕਣਕ, 36% ਦੀ ਧਾਨ, ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਇੰਨੇ ਫੀਸਦੀ ਇੱਥੋਂ ਜਾ ਰਿਹਾ ਹੈ। ਉਹਨਾਂ ਨੂੰ ਲੱਗ ਰਿਹਾ ਸਾਨੂੰ ਦਿੱਕਤ ਹੈ। ਉਹਨਾਂ ਨੂੰ ਹੀ ਤਾਂ ਸਭ ਤੋਂ ਜ਼ਿਆਦਾ ਫਾਇਦਾ ਹੈ MSP ਦਾ, ਜਿੱਥੋਂ ਧਾਨ ਜਾ ਰਿਹਾ। ਮੈਨੂੰ ਦੱਸੋ ਕਿੱਥੇ MSP ਦਾ ਫਾਇਦਾ ਜਿਹੜਾ ਹੈਗਾ? ਬਾਕੀ ਮੈਨੂੰ ਉਹ ਦੱਸੋ ਤੁਸੀਂ ਕੇਰਲਾ ਦੇ ਵਿੱਚ ਕਿਉਂ ਨਹੀਂ ਇੰਪਲੀਮੈਂਟ ਕੀਤਾ ਕਾਂਗਰਸ ਦੀ ਸਰਕਾਰ ਨੇ? APMC ਉੱਥੇ ਕਿਉਂ ਨਹੀਂ ਕੀਤਾ? ਜਵਾਬ ਦੇਣ ਨਾ। 2013 ਦੇ ਵਿੱਚ ਕਪਿਲ ਸਿੱਬਲ ਨੇ ਪਾਰਲੀਮੈਂਟ ਦੇ ਵਿੱਚ ਆਫਰ ਕੀਤੀ ਕਿ ਨਹੀਂ ਕੀਤੀ? ਉਹਦਾ ਕੋਈ ਜਵਾਬ ਨਹੀਂ ਦਿੰਦੇ। ਅੱਜ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਭਾਈ ਅਸੀਂ ਤੇ ਖਤਮ ਹੋ ਗਏ। ਦੱਸੋ ਕਿੰਨਾ ਸਟੇਟ ਬਾਈ ਸਟੇਟ ਸਫਾਇਆ ਹੋਈ ਜਾ ਰਿਹਾ।
ਆ ਹੁਣ ਜਿਹੜਾ ਹੈਗਾ ਪੱਛਮੀ ਬੰਗਾਲ ਦੇ ਵਿੱਚ ਤੁਸੀਂ ਦੇਖੋ ਮਤਲਬ ਜ਼ੀਰੋ, ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਪੱਛਮੀ ਬੰਗਾਲ ਚੋਂ ਜਿਹੜਾ ਲੀਡਰ ਆਫ ਦੀ ਹਾਊਸ ਜਿਹੜਾ ਹੈਗਾ ਹੈ ਉਹਦੀ ਸਟੇਟ ਜ਼ੀਰੋ। ਅੱਜ ਸੋਚਾਂ ਉਹਨਾਂ ਨੂੰ ਪੈ ਰਹੀਆਂ ਨੇ, ਇਹ ਸੋਚਾਂ ਉਹਨਾਂ ਦੇ ਕੋਲ ਹੈਗੀਆਂ ਕਿ ਭਾਈ ਅਸੀਂ ਕਿੱਥੇ ਖੜੇ ਹੈਗੇ ਆ। ਅੱਜ ਦੇਖੋ ਤੁਸੀਂ ਕਿੱਥੇ ਉਹਨਾਂ ਦੇ ਬੰਦੇ ਛੱਡ ਭੱਜੀ ਤੁਰੀ ਜਾਂਦੇ ਆ ਹੈ। ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਇਹ ਖਿਆਲ ਕਰਨਾ ਚਾਹੀਦਾ ਹੈਗਾ। ਉਹਨਾਂ ਨੂੰ ਇੱਕ ਲੱਗ ਰਿਹਾ ਕਿ ਚਲੋ ਇਹਦੇ ਮਗਰ ਲੱਗ ਜਾਓ। ਤੁਹਾਡਾ ਕਹਿਣ ਦਾ ਮਤਲਬ ਕਿਸਾਨ ਨੂੰ ਗੁੰਮਰਾਹ ਕੀਤਾ ਜਾ ਰਿਹਾ, ਦੇਖੋ ਜਾਂ ਕਿਸ ਦੇ ਮਗਰ ਲੱਗ ਰਹੇ ਹੋ? ਨਹੀਂ ਮੈਂ ਫਿਰ ਇਹ ਦੇਖੋ ਤੁਸੀਂ ਸ਼ਬਦ ਜਿਹੜੇ ਆ ਨਾ ਤੁਸੀਂ ਮੇਰੇ ਮੂੰਹ 'ਚ ਨਾ ਪਾਓ। ਮੈਂ ਦੱਸ ਰਿਹਾ ਕਿ ਜਿਸ ਵਕਤ ਕਿਸਾਨਾਂ ਦੇ ਆਗੂ ਗੱਲ ਨੂੰ ਟੇਬਲ ਤੇ ਬੈਠ ਕੇ ਇੱਕ ਲੈਵਲ ਤੱਕ ਡਿਸਕਸ ਕਰਕੇ ਵਾਪਸ ਜਾਂਦੇ ਨੇ ਨਾ, ਪਿੱਛੋਂ ਕੁਝ ਹੁੰਦਾ ਫਿਰ। ਇਹ ਤੁਹਾਨੂੰ ਵੀ ਪਤਾ ਹੈ। ਮੈਨੂੰ ਤੁਸੀਂ ਦੱਸੋ ਕਿ ਉਸ ਦਿਨ ਜਿਸ ਦਿਨ ਐਸੇ 2 ਸਾਲ ਵਾਲੀ ਗੱਲ ਹੋਈ ਸੀਗੀ, ਉਸ ਦਿਨ ਦੇ ਸਾਰੇ ਅਖਬਾਰ ਕੱਢ ਲਓ, ਸਾਰੇ ਅਖਬਾਰ ਕੱਢ ਕੇ ਦੇਖ ਲਓ। ਹਰ ਅਖਬਾਰ ਦੇ ਐਡੀਟਰ ਨੇ ਐਡੀਟੋਰੀਅਲ ਲਿਖਿਆ ਕਿ ਲੈ ਭਾਈ ਇਹ ਮਾਮਲਾ ਮੁੱਕ ਗਿਆ, ਲੈ ਬਈ ਹੋ ਗਈ ਗੱਲ ਖਤਮ, ਹੁਣ ਤੇ ਦੋਨੋਂ ਪੱਖ ਮੰਨ ਗਏ ਜੀ, ਚਲੋ ਜੀ ਹੁਣ ਇਹ ਗੱਲ ਨੂੰ ਠੱਲ ਪੈ ਗਈ ਜੀ। ਹੁਣ ਇਹ ਬੈਠ ਕੇ ਇਹ ਹਰ ਮਹੀਨੇ ਮਿਲਣਗੇ ਤੇ ਮਿਲ ਕੇ ਉਹ ਕੱਢਣਗੇ ਕਿ ਭਾਈ ਇਹ ਚੀਜ਼ਾਂ ਦੇ ਉੱਤੇ ਤਾਂ ਤੱਕ 2 ਸਾਲ ਤੱਕ ਇੰਪਲੀਮੈਂਟ ਨਹੀਂ ਹੋਏਗਾ, ਔਰ ਉਹਨੂੰ ਜਿਹੜੀਆਂ ਚੀਜ਼ਾਂ ਦੇ ਉੱਤੇ ਆਪਸ 'ਚ ਰਜਾਮੰਦੀ ਬਣਦੀ ਜਾਂਦੀ ਉਹਨੂੰ ਠੀਕ ਕਰੀ ਜਾਓ। ਚਲੋ ਆਪਾਂ ਹੁਣ ਇਹ ਸਾਰੀਆਂ ਚੀਜ਼ਾਂ ਇਹ ਲੋਕਾਂ ਨੇ ਮੰਨੀਆਂ ਜੀ, ਸਾਰੇ ਅਖਬਾਰਾਂ ਨੇ ਮੰਨੀਆਂ। ਅੱਜ ਉਹ ਗੱਲ ਤੋਂ ਰਿਵਰਸ ਕੌਣ ਗਿਆ? ਸਰਕਾਰ ਥੋੜੀ ਰਿਵਰਸ ਗਈ, ਕੌਣ ਬੰਦਾ ਰਿਵਰਸ ਗਿਆ? ਸਰਕਾਰ ਉੱਥੇ ਵੀ ਕਾਨੂੰਨ ਵਾਪਸ ਨਹੀਂ ਜਾਣਗੇ, ਸੋਧ ਹੋ ਸਕਦੀ ਹੈ। ਇਹੋ ਗੱਲ ਹੈ ਨਾ ਜੀ, ਆਈਓ ਗੱਲ ਹੈ। ਠੀਕ ਹੈ। ਦੂਸਰਾ ਹੁਣ ਆਪਾਂ ਇਹ ਮੰਨ ਸਕਦੇ ਆ ਵੀ ਇਹ ਸਰਕਾਰ ਆਪਦੇ ਖਿੱਚੇ ਤੇ ਖੜੀ ਹੈ, ਕਿਸਾਨ ਆਪਦੀ ਗੱਲ ਤੇ ਖੜਾ, ਜੇ ਦੋਨੇ ਅੱਗੇ ਨਾ ਆਏ ਤਾਂ ਮਾਮਲਾ ਹੀ ਰਹੂ। ਇਹਦੇ ਬਾਰੇ ਮੈਂ ਕੋਈ ਇਸ ਵੇਲੇ ਟਿੱਪਣੀ ਨਹੀਂ ਕਰ ਸਕਦਾ। ਚਲੋ ਠੀਕ ਹੈ, ਮੰਨ ਲਈ ਵੀ 2024 ਤੱਕ ਤਾਂ ਹੱਲ ਹੋ ਜੂ। ਮੈਂ ਤੇ ਸੋਚਦਾ ਕਿ ਇਹ ਕੀ ਪਤਾ ਲੱਗਦਾ ਸਵੇਰੇ ਹੱਲ ਹੋ ਜੇ। ਇਹਨਾਂ ਚੀਜ਼ਾਂ ਇਹਨਾਂ ਦੀ ਨਹੀਂ ਤੇ ਫਿਰ ਹੁਣ ਉਹ ਕੋਈ ਬੰਦਾ ਕਹਿ ਕੇ ਜਾਂਦਾ, ਤੁਸੀਂ ਉਹਦਾ ਮੈਨੂੰ ਪੁੱਛਣਾ ਜੋ ਮੈਂ ਕਹਿ ਕੇ ਜਾਵਾਂਗਾ ਕੱਲ ਕਿਸੇ ਹੋਰ ਨੂੰ ਪੁੱਛਣਾ। ਲੇਕਿਨ ਮੈਂ ਤੁਹਾਨੂੰ ਮੋਟੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਫੈਸਲਾ ਜਿਹੜਾ ਹੈਗਾ ਟੇਬਲ ਤੇ ਹੋਣਾ ਹੈ। ਉਹਨਾਂ ਨੂੰ ਵੀ ਸਮਝਾਇਆ ਜਾਏ ਕਿ ਭਾਈ ਟੇਬਲ ਤੇ ਬੈਠੋ, ਸਰਕਾਰ ਨਾਲ ਬੈਠ ਕੇ ਮਾਮਲੇ ਨੂੰ। ਤੁਹਾਡਾ ਕਹਿਣ ਦਾ ਮਤਲਬ ਮਾਮਲਾ ਟੇਬਲ ਤੇ ਹੱਲ ਹੋਣਾ, ਕਦੋਂ ਹੋਣਾ ਹਜੇ ਉਹਦੇ ਬਾਰੇ ਤੁਸੀਂ ਟਿੱਪਣੀ ਨਹੀਂ ਕਰ ਸਕਦੇ। ਹੁਣ ਗੱਲ ਇਹ ਹੈ, ਵਿਰੋਧ ਤਾਂ ਮੰਨਦੇ ਆ ਨਾ, ਲੰਬਾ ਨਾ ਜਾਇਓ, ਵਿਰੋਧ ਤਾਂ ਹੋ ਰਿਹਾ ਨਾ। ਹੁਣ ਤੁਸੀਂ ਦੱਸੋ, ਤੁਸੀਂ ਚੰਡੀਗੜ੍ਹ 'ਚ ਵੀ ਰਹੇ ਹੋ, ਚੰਡੀਗੜ੍ਹ 'ਚ ਵਿਰੋਧ ਮੰਨਦੇ ਹੋ? ਚੰਡੀਗੜ੍ਹ 'ਚ ਕਾਹਦਾ ਵਿਰੋਧ ਹੋਇਆ? ਅੱਜ ਕਿਸਾਨਾਂ ਦਾ ਵਿਰੋਧ ਅਸਰ ਹੈਗਾ? ਮੇਰੇ ਹਿਸਾਬ ਨਾਲ ਕੋਈ ਚੰਡੀਗੜ੍ਹ 'ਚ ਅਸਰ ਨਹੀਂ। ਮੇਰੇ ਘਰ ਕੋਈ 10 ਕੁ ਦਿਨ ਪਹਿਲੇ ਮੇਰਾ ਖਿਆਲ ਹੈ 6 ਤਰੀਕ ਨੂੰ ਉਹ ਮੇਰੇ ਘਰ ਆਏ ਤੇ ਮੈਨੂੰ ਜਿਸਲੇ 2 ਦਿਨ ਪਹਿਲੇ ਮੈਨੂੰ ਪਤਾ ਲੱਗਾ ਕਿ ਉਹ ਆ ਰਹੇ ਆ, ਮੈਂ ਉਹਨਾਂ ਵਾਸਤੇ ਨਾ ਇੰਤਜ਼ਾਮ ਕਰਾਇਆ, ਬਾਹਰ ਟੇਬਲ ਲਾਇਆ, ਮੈਂ ਲੱਸੀ ਮੰਗਾਈ, ਮੈਂ ਚਾਹ ਬਣਾਈ, ਮੈਂ ਬਿਸਕਿਟ ਰੱਖੇ, ਪਾਣੀ ਰੱਖਿਆ। ਮੈਂ ਕਿਹਾ ਲੈ ਭਾਈ ਮੇਰੇ ਕਿਸਾਨ ਭਾਈ ਆ ਰਹੇ ਨੇ। ਅੱਛਾ, ਉਹ ਐਨ ਮੌਕੇ ਤੇ ਉਸਲੇ ਆ ਕੇ ਪੁਲਿਸ ਨੇ ਵੀ ਅੱਗੇ ਆਪਣੀ ਬੈਰੀਕੇਡਿੰਗ ਕਰ ਲਈ। ਉੱਥੇ ਕੋਈ 50 ਕੁ ਬੰਦੇ ਆਏ ਤੋ ਮੈਂ ਉੱਥੇ ਹੀ ਬੈਠਾ ਰਿਹਾ ਤੇ ਮੈਂ ਤਾਂ ਸਗੋਂ ਆਖਿਆ ਸੀਗਾ ਪੁਲਿਸ ਵਾਲਿਆਂ ਨੂੰ ਵੀ, ਮੈਂ ਕਿਹਾ ਯਾਰ ਮੇਰੀ ਕੋਈ ਗੱਲ ਕਰਾਣੀ ਆ ਕਰਾ ਦਿਓ। ਲੇਕਿਨ ਪੁਲਿਸ ਵਾਲਿਆਂ ਨੂੰ ਵੀ ਆ ਹੁੰਦਾ ਕਿ ਭਾਈ ਕੋਈ ਸਿਕਿਉਰਿਟੀ ਦੀ ਪ੍ਰੋਬਲਮ ਨਾ ਹੋ ਜੇ। ਤੇ ਉਹਨਾਂ ਨੇ ਵੀ ਬੜੇ ਅੱਛੇ ਢੰਗ ਦੇ ਨਾਲ ਸਾਰਾ ਮੈਨੇਜ ਕੀਤਾ, ਕਿਸੇ ਨੂੰ ਕੋਈ ਕਸ਼ਟ ਨਹੀਂ ਹੋਇਆ। ਲੇਕਿਨ ਮੈਂ ਅਗਲੇ ਦਿਨ ਅਖਬਾਰ ਪੜ੍ਹਿਆ, ਇੱਕ ਅਖਬਾਰ 'ਚ ਸੁਰਖੀ ਔਰ ਫੋਟੋ ਲੱਗ ਗਈ ਦੀ ਕਿ ਇਹ ਕੋਈ 30-40 ਬੰਦੇ, ਉਹਨਾਂ ਦੇ ਵਿੱਚ ਕੋਈ 10 ਲੇਡੀਜ਼ ਤੇ 30 ਬੰਦੇ, ਉਹੀਓ ਲੇਡੀਜ਼ ਤੇ ਉਹੀਓ ਬੰਦੇ ਅੱਧਾ ਘੰਟਾ ਪਹਿਲੇ ਪੰਚਕੂਲੇ ਉਹ ਕਰਕੇ ਆਏ ਆਪਣਾ, ਉਸ ਤਰ੍ਹਾਂ ਹੀ ਉਹ ਬਿੱਲ ਫਾੜ ਕੇ ਆਏ ਉਹਨਾਂ ਦੇ ਘਰ ਦੇ ਅੱਗੇ, ਗਿਆਨ ਚੰਦ ਗੁਪਤਾ ਦੇ ਤੇ ਉਸ ਤੋਂ ਬਾਅਦ ਇੱਥੇ ਆਏ। ਉਹਨਾਂ ਨੇ ਦੋਨੋਂ ਫੋਟੋ ਲਾ ਦਿੱਤੀਆਂ, ਉਹ ਕੱਪੜੇ ਵੀ ਦਿਖਦੇ ਨੇ ਸੇਮ ਬੰਦੇ। ਮੈਨੂੰ ਤੁਸੀਂ ਦੱਸੋ ਕਿ ਜੇ ਪੰਚਕੂਲਾ ਤੇ ਚੰਡੀਗੜ੍ਹ ਵਿੱਚ ਵੀ ਕਰਨ ਵਾਸਤੇ ਉਹੀ 30-40 ਬੰਦੇ ਇੱਥੇ ਵੀ ਤੇ ਉੱਥੇ ਵੀ ਜਾਣੇ, ਤੇ ਉਹਦੇ 'ਚ ਕਿਹੜੀ ਉਹਦੇ 'ਚ ਐਜੀਟੇਸ਼ਨ ਹੋ ਗਈ? ਮੇਰੇ ਹਿਸਾਬ ਦੇ ਨਾਲ ਨਹੀਂ ਤੁਸੀਂ ਦੇਖੋ ਨਾ, ਤੁਸੀਂ ਵੀ ਇਸ ਚੀਜ਼ ਨੂੰ ਕਿ ਨਾ ਮੰਨੋਗੇ, ਆਮ ਜਨਤਾ ਇਸ ਚੀਜ਼ ਤੋਂ ਅਲੱਗ ਹੋ ਗਈ।
ਦੇਖੋ ਜਿਸ ਵੇਲੇ ਇਹ ਹਰ ਚੀਜ਼ ਦਾ ਨਾ ਇੱਕ ਪੀਕ ਹੁੰਦਾ, ਪੀਕ ਤੇ ਜਾ ਕੇ ਉਸ ਤੋਂ ਬਾਅਦ ਉਹ ਪੀਕ ਤੋਂ ਪਹਿਲੇ ਬੰਦੇ ਨੂੰ ਨਾ ਸਮਝ ਜਾਣਾ ਚਾਹੀਦਾ ਕਿ ਇਹਨੂੰ ਸਮਝੌਤਾ ਕਰ ਲਓ, ਨਹੀਂ ਤੇ ਖਤਮ ਹੋ ਜਾਂਦੀ ਹੈ ਕਹਾਣੀ। ਉਸ ਤੋਂ ਉਹ ਮੇਰੇ ਹਿਸਾਬ ਦੇ ਨਾਲ ਜਿਸ ਵੇਲੇ ਉਹ ਪੀਕ ਤੇ ਪਹੁੰਚੀ, ਇਹਨਾਂ ਨੇ ਪੀਕ ਦੇ ਉੱਤੇ ਉਸ ਵੇਲੇ ਗੱਲ ਨੂੰ ਨਜਿੱਠਿਆ ਨਹੀਂ। ਹੁਣ ਅੱਜ ਉਹ ਹੌਲੀ ਹੌਲੀ ਅੱਛਾ ਜੀ ਮੈਂ ਤਾਂ 2 ਸਾਲ ਬੈਠੂੰਗਾ, ਮੈਂ 1 ਸਾਲ ਬੈਠੂੰਗਾ, ਮੈਂ ਇਹ ਉਹ ਇਹੋ ਜਿਹਾ। ਅਸੀਂ 2024 ਤੱਕ ਕੀ, ਅਸੀਂ ਤਾਂ 90 ਸਾਲ ਤੱਕ ਆਜ਼ਾਦੀ ਲੜੇ ਆ ਤੇ ਉਦੋਂ ਤੱਕ ਬੈਠਾਂਗੇ। ਚਲੋ ਬਿਆਨਬਾਜ਼ੀ ਤੁਹਾਡੇ ਹਿਸਾਬ ਨਾਲ ਇਹ ਅੱਛੀਆਂ ਲੱਗਦੀਆਂ ਕਈ ਵਾਰੀ ਦੇਣ ਨੂੰ, ਜ਼ਿਆਦਾ ਬੋਲ ਜਾਂਦੇ। ਅੱਛਾ, ਯਾਨੀ ਕਿ ਤੁਹਾਡੀ ਸਾਰੀ ਗੱਲਬਾਤ ਇੱਕੋ ਹੀ ਗੱਲ ਨਿਕਲ ਕੇ ਆਈ ਹੈ ਕਿ ਸਰਕਾਰ ਨੇ ਪਹਿਲਾਂ ਹੀ ਕਲੀਅਰ ਕਰਤਾ ਸੀ ਕਿ ਕਾਨੂੰਨ ਵਾਪਸ ਨਹੀਂ ਹੁੰਦੇ, ਉਹ 'ਚ ਸੋਧ ਹੋ ਸਕਦੀ ਹੈ, ਗੱਲ ਹੋ ਸਕਦੀ ਹੈ, ਗੱਲ ਟੇਬਲ 'ਤੇ ਨੱਪੇਗੀ ਆ ਕੇ। ਚੰਡੀਗੜ੍ਹ 'ਚ ਵੀ ਤੁਸੀਂ ਵਿਰੋਧ ਨਹੀਂ ਮੰਨਦੇ, ਪਰ ਵਿਰੋਧ ਦੀ ਇੱਥੇ ਤੁਸੀਂ ਦੇਖੋ ਵੀ ਕਿੰਨੇ ਪ੍ਰੋਗਰਾਮ ਰੱਖੇ ਗਏ, ਪ੍ਰੋਗਰਾਮ ਕੈਂਸਲ ਕਰਨੇ ਪਏ, ਸਿਕਿਉਰਿਟੀ ਦਾ ਜ਼ਿਆਦਾ ਅਰੇਂਜਮੈਂਟ ਕਰਨਾ ਪਿਆ। ਕਿਹੜਾ ਪ੍ਰੋਗਰਾਮ ਕੈਂਸਲ ਹੋਇਆ? ਪਿੰਡਾਂ 'ਚ ਪ੍ਰੋਗਰਾਮ ਇੱਕ ਪ੍ਰੋਗਰਾਮ ਦੱਸ ਦਿਓ। ਮੈਂ ਇੱਕ ਸੈਕਿੰਡ ਲਿਬਰੇਟ ਜੀ ਨਾ ਲੀਡਰ ਨਹੀਂ। ਸਭ ਤੋਂ ਵੱਡਾ ਪ੍ਰੋਗਰਾਮ ਸਾਡੇ ਇੱਥੇ ਕਿਸਾਨ ਮੋਰਚਾ ਦਾ ਰਾਸ਼ਟਰੀ ਪ੍ਰਧਾਨ ਇੱਥੇ ਆਇਆ ਔਰ ਉਹ ਇੱਥੇ ਅਸੀਂ ਉਹ 350 ਟਰੈਕਟਰਾਂ ਦੇ ਨਾਲ ਰੈਲੀ ਕੱਢੀ ਔਰ ਉਹ ਰੈਲੀ ਸਭ ਤੋਂ ਜ਼ਿਆਦਾ ਕਾਮਯਾਬ ਹੋਈ ਚੰਡੀਗੜ੍ਹ ਦੇ ਵਿੱਚ। ਇੱਥੇ ਕੀਤਾ ਕੈਂਪਵਾਲਾ ਦੇ ਵਿੱਚ, ਮੈਂ ਉੱਥੇ ਖੁਦ ਗਿਆ ਵਾਂ। ਕੈਂਪਵਾਲਾ ਦੇ ਵਿੱਚ ਪ੍ਰੋਗਰਾਮ ਹੋਇਆ ਜਿਸ ਦਿਨ 9 ਕਰੋੜ ਬੰਦਿਆਂ ਨੂੰ ਇੱਕ ਬਟਨ ਦਬਾ ਕੇ 18,000 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ ਦੇ ਵਿੱਚ 1 ਸੈਕਿੰਡ ਦੇ ਵਿੱਚ ਕੀਤਾ ਗਿਆ। ਉਹਦਾ ਪ੍ਰੋਗਰਾਮ ਸਕਰੀਨ ਦੇ ਉੱਤੇ ਲਗਾ ਕੇ ਕੈਂਪਵਾਲਾ ਦੇ ਵਿੱਚ ਉੱਥੇ ਕੀਤਾ। ਦੜਵੇ ਪਿੰਡ ਦੇ ਵਿੱਚ ਉੱਥੇ 2000 ਕਿਸਾਨਾਂ ਦਾ ਅਸੀਂ ਉੱਥੇ ਪ੍ਰੋਗਰਾਮ ਕੀਤਾ। ਅਸੀਂ ਉੱਥੇ ਦੜੂਏ ਪਿੰਡ ਤਾਂ ਲੀਡਰ ਪਹੁੰਚੇ ਨਹੀਂ ਸਰ। ਹਾਂਜੀ, ਦੜੂਏ ਪਿੰਡ ਨਹੀਂ ਪਹੁੰਚੇ ਲੀਡਰ ਤਾਂ। ਨਹੀਂ ਦੜਵੇ ਮੈਂ ਖੁਦ ਪਹੁੰਚਿਆ। ਤੁਸੀਂ ਤਾਂ ਪਹੁੰਚੇ, ਜਿਹੜੇ ਸ਼ਾਇਦ ਉਹਨੇ ਕੋਈ ਕੌਮੀ ਪੱਧਰ ਦਾ ਲੀਡਰ ਆਉਣਾ ਸੀ। ਅਰੇ ਨਹੀਂ ਭਾਈ, ਉੱਥੇ ਤੇ ਬੈਠ ਕੇ ਉਹਨਾਂ ਦੇ ਨਾਲ ਜਿਹੜੇ ਉੱਥੇ 3 ਬੰਦੇ ਆਏ, ਮੈਂ ਉਹਨਾਂ ਕਿਹਾ ਬਿਠਾਓ ਯਾਰ ਮੇਰੇ ਨਾਲ। ਹਾਂ, ਮੈਂ ਕਿਹਾ ਦੱਸੋ ਜਰਾ ਉਹ ਕਿੱਥੇ ਕਰਦੇ ਹੋ? ਉਹ ਵੀ ਆਪਣੀ ਕਿਸਾਨੀ ਕਰਦੇ ਆ ਉੱਥੇ, ਕੋਈ ਪਿੱਲੀ ਬੀਤ ਦੇ ਵਿੱਚ ਤੇ ਕੋਈ ਉੱਥੇ ਯੂਪੀ ਦੇ ਵਿੱਚ। ਮੈਂ ਦੱਸੋ ਭਾਈ, ਕਹਿਣ ਦਾ ਮਤਲਬ ਤੁਹਾਡਾ ਕਿਤੇ ਕੋਈ ਵਿਰੋਧ ਨਹੀਂ, ਕੁਛ ਨਹੀਂ ਕਿਹਾ? ਕੋਈ ਵਿਰੋਧ ਨਹੀਂ ਹੈਗਾ ਜੀ। ਤੇ ਆਉਣ ਵਾਲੀ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਹੁਣ ਤੁਸੀਂ 23 ਤੋਂ 117 ਲੜਨੀਆਂ, ਕੀ ਸੰਭਾਵਨਾ? ਇਹ ਤੇ ਪੰਜਾਬ ਦੀ ਟੀਮ ਦੱਸੂਗੀ। ਤੁਸੀਂ ਬਾਰ-ਬਾਰ ਫੇਰ ਪੰਜਾਬ ਦੀ ਟੀਮ ਦੇ ਉੱਤੇ ਆ ਜਾਂਦੇ ਹੋ। ਤੁਸੀਂ ਪੰਜਾਬ ਦੇ ਰਹਿਣ ਵਾਲੇ, ਪੰਜਾਬ ਦੇ ਸਿਸਟਮ। ਤੁਸੀਂ, ਮੈਂ ਤੁਹਾਨੂੰ ਇੱਕ ਵਾਰੀ ਸਮਝਾਇਆ, ਤੁਸੀਂ ਘੁਮਾ ਕੇ ਨਾ ਉਹ ਥੋੜੀ ਦੇਰ ਨਾ ਇੱਧਰ ਨੂੰ ਇੱਧਰ। ਚੰਡੀਗੜ੍ਹ ਦੱਸੋ 35 ਚੋਂ ਕਿੰਨੀਆਂ? ਚੰਡੀਗੜ੍ਹ 35 ਦੀਆਂ 35 ਹੈ। 100% ਰਿਕਾਰਡ ਹੁਣ ਤਾਂ 35 ਦੀਆਂ 35 ਆਪਾਂ ਲੜਾਂਗੇ। ਹੁਣ ਲੜੋਗੇ ਤਾਂ 35 ਆਉਣਗੀਆਂ ਕਿੰਨੀਆਂ? 35 ਦੀਆਂ 35 ਜਦ ਲੜਾਂਗੇ ਤੇ ਆਪਾਂ 35 ਜਿੱਤਣ ਵਾਸਤੇ ਹੀ ਲੜਾਂਗੇ। ਨਹੀਂ ਲੜੋਗੇ ਜੀ, ਹੁੰਦਾ ਵੀ ਇੰਨਾ ਤਾਂ ਸਾਡਾ ਤੇ ਹੁਣ ਮੈਂ ਕੋਈ ਜੋਤਿਸ਼ ਵਿਦਿਆ ਥੋੜੀ ਸਿੱਖੀ ਹੈ। ਅਸੀਂ ਪੂਰੀਆਂ ਲੱਗਣਾ ਲੜਾਂਗੇ, ਪੂਰਾ ਜਿੱਤਣ ਵਾਸਤੇ ਲੜਾਂਗੇ ਔਰ ਦਬ ਕੇ ਲੜਾਂਗੇ। ਔਰ ਕਾਂਗਰਸ ਦਾ ਜਿਹੜਾ ਗਾਵਾ ਇਹਨੂੰ ਚੰਡੀਗੜ੍ਹ ਨੂੰ ਕਾਂਗਰਸ ਮੁਕਤ ਬਣਾ ਦੇਵਾਂਗੇ। ਤੁਸੀਂ ਦੇਖੀ ਜਾਓ। ਦਾਅਵੇ ਨਾ ਬਿਲਕੁਲ ਪੂਰਾ ਦਾਵਾ ਹੈ। ਮੇਰੇ ਚਿਹਰੇ ਤੇ ਕੌਨਫੀਡੈਂਸ ਦਿਖ ਰਿਹਾ ਨਾ, ਕਿਉਂ ਜੀ? ਇਹ ਸਨ ਸ਼੍ਰੀ ਸੰਜੇ ਟੰਡਨ ਜੀ। ਉਹਨਾਂ ਨੇ ਬੜੇ ਦਾਅਵੇ ਨਾਲ ਔਨ ਰਿਕਾਰਡ, ਔਨ ਕੈਮਰਾ ਦਰਸ਼ਕਾਂ ਨੂੰ ਕਿਹਾ ਵੀ ਮੇਰਾ ਕੌਨਫੀਡੈਂਸ ਦੇਖੋ। ਭਾਜਪਾ ਦਾ ਕਿਤੇ ਕੋਈ ਵਿਰੋਧ ਨਹੀਂ, ਉਹਦਾ ਯਾਨੀ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਉਹਨੂੰ ਬਹੁਤ ਵਧੀਆ ਰਿਜ਼ਲਟ ਮਿਲਣ ਵਾਲਾ। ਚੰਡੀਗੜ੍ਹ ਦੇ ਵਿੱਚ ਉਹ ਕਾਰਪੋਰੇਸ਼ਨ ਦੇ ਵਿੱਚ ਆਉਣਗੇ, ਪੰਜਾਬ ਦੇ ਵਿੱਚ ਵੀ ਉਹਨਾਂ ਦਾ ਉਹੀ ਰੁਝਾਨ ਮਿਲੇਗਾ ਪੁਰਾਣਾ। ਪਰ 23 ਤੋਂ 117 ਆਉਣਾ ਇੱਕ ਬਹੁਤ ਵੱਡੀ ਫਿਕਰ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਤਾਂ ਪਤਾ ਲੱਗੂਗਾ। ਅਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਉਹਨਾਂ ਨੇ ਗੱਲ ਕੀਤੀ ਹੈ ਕਿ ਕਿਸਾਨ ਅੰਦੋਲਨ ਦੀ, ਉਹਨਾਂ ਨੇ ਕਲੀਅਰ ਕੀਤਾ ਸਿੱਧੇ ਢੰਗ ਨਾਲ ਅਤੇ ਸਿੱਧੇ ਢੰਗ ਨਾਲ ਦੋਨੇ ਤਰੀਕੇ ਨਾਲ ਕਿ ਸਰਕਾਰ ਸ਼ੁਰੂ ਤੋਂ ਹੀ ਕਲੀਅਰ ਸੀਗੀ ਕਿ ਕਾਨੂੰਨ ਦੇ ਬਿੱਲ ਵਾਪਸ ਨਹੀਂ ਲੈਣੇ। ਇਹ 'ਤੇ ਗੱਲ ਹੋ ਸਕਦੀ ਹੈ, ਸੋਧ ਹੋ ਸਕਦੀ ਹੈ। ਇਹ ਹੁਣ ਇੱਕ ਪੀਕ ਤੋਂ ਉੱਪਰ ਚਲਾ ਗਿਆ, ਹੁਣ ਤਾਂ ਉਹਦੀ ਸੰਭਾਵਨਾ ਬਿਲਕੁਲ ਹੀ ਖਤਮ ਹੋ ਗਈ ਹੈ। ਪਰ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਭਾਜਪਾ ਦੇ ਵਿੱਚ ਡਰ ਵੀ ਹੈ। ਯੂਪੀ ਦੇ ਵਿੱਚ ਉਹ ਨਵੇਂ ਨੁਕਤੇ ਅਪਣਾ ਰਹੀ ਹੈ, ਪੰਜਾਬ ਦੇ ਵਿੱਚ ਲੀਡਰ ਉੱਠ ਖੜੇ ਨੇ। ਇਹ ਗੱਲਾਂ ਤਾਂ ਕਿਤੇ ਨਾ ਕਿਤੇ ਸਿਆਸੀ ਜਿਹੜਾ ਘਾਟਾ ਹੋ ਰਿਹਾ ਉਹਨੂੰ ਇਜ਼ਹਾਰ ਇੰਡਾਇਰੈਕਟਲੀ ਸਾਹਮਣੇ ਆ ਰਿਹਾ ਹੈ। ਪਰ ਪਾਰਟੀਆਂ ਨਹੀਂ ਮੰਨਦੀਆਂ ਹੁੰਦੀਆਂ। ਲੋਕਾਂ ਆਉਣ ਵਾਲੇ ਚੋਣਾਂ ਦੇ ਵਿੱਚ ਦੱਸ ਦੇਣਗੇ ਇਸ ਕਿਸਾਨ ਅੰਦੋਲਨ ਦਾ ਕੀ ਪ੍ਰਭਾਵ ਰਿਹਾ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।